ਕਦੇ ਇਹ ਸੀਗਾ ਕਿ ਚੌਧਰੀ ਸਾਹਿਬ ਦੀ ਬੈਕਐਂਡ ਤੇ ਕੰਮ ਕਰਦੇ ਸੀਗੇ, ਹੁਣ ਚੌਧਰੀ ਸਾਹਿਬ ਦੀ ਗੈਰ ਹਾਜ਼ਰੀ ਦੇ ਵਿੱਚ ਉਹ ਸਾਰੀਆਂ ਚੀਜ਼ਾਂ ਆਪ ਕਰਨੀਆਂ ਪੈ ਰਹੀਆਂ। ਕਿਸ ਤਰੀਕੇ ਨਾਲ ਇਹ ਚੀਜ਼ਾਂ ਸੰਭਾਲ ਰਹੀ ਹੋ ਜਾਂ ਕਿਸ ਤਰੀਕੇ ਨਾਲ ਲੋਕਾਂ ਤੱਕ ਪਹੁੰਚ ਕਰ ਰਹੇ ਹੋ? घटना जो घटी है तो इस कोई शक नहीं कि उसने मेरी ज़िंदगी में और मेरे पारिवारिक माहौल में और मेरी पार्टी में भी बहुत बड़ा धक्का लगा। ਚੋਣਾਂ ਦੀ ਗੱਲ ਕਰਦੇ ਹਾਂ, ਅਸੀਂ ਪਿਛਲੀਆਂ ਚੋਣਾਂ ਨੂੰ ਘੋਖਣ ਦੀ ਕੋਸ਼ਿਸ਼ ਕਰਦੇ ਹਾਂ ਤਾਂ ਲੋਕ ਸਭਾ ਦੇ ਵਿੱਚ ਵੀ ਇੱਕ ਵੱਡਾ ਮਾਰਜਨ ਰਿਹਾ ਚੌਧਰੀ ਸਾਹਿਬ ਦਾ, ਕਿਉਂਕਿ ਆਪਣੇ ਤੌਰ ਤੇ ਲੋਕਾਂ ਦੇ ਵਿੱਚ ਵਿਚਰਦੇ ਰਹਿੰਦੇ ਸੀ। ਜਦੋਂ ਹੁਣ ਤੁਹਾਡੇ ਬੇਟੇ ਦੀ ਅਸੀਂ ਗੱਲ ਕਰ ਰਹੇ ਵਿਧਾਨ ਸਭਾ ਦੇ ਵਿੱਚ ਚੋਣਾਂ ਲੜੀਆਂ ਫਲੋਰ ਦੇ ਵਿੱਚ, ਉਹਨਾਂ ਦਾ ਵੀ ਇੱਕ ਵੱਡਾ ਮਾਰਜਨ ਹੈਗਾ। ਲੱਗਦਾ ਕਿ ਇਹਨਾਂ ਚੋਣਾਂ ਦੇ ਵਿੱਚ ਉਹ ਮਾਰਜਨ ਜਿਹੜਾ ਹੈਗਾ ਕਾਫੀ ਬੈਨੀਫੀਸ਼ੀਅਲ ਰਹਿਣ ਵਾਲਾ ਹੈ कि अपनी जनता और अपने शहर और पिंडा वासियों तो बिना कोई सियासी आदमी कामयाबी की सीढ़ी नहीं चढ़ सकता। ਜ਼ਿਕਰ ਕੀਤਾ, ਕਹਿੰਦੇ ਕਿ ਇੱਕ ਬਦਲਾਵ ਦੀ ਹਨੇਰੀ ਚੱਲ ਰਹੀ ਸੀਗੀ, ਹੁਣ 1 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ, ਬਦਲਾਵ ਨਜ਼ਰ ਆਇਆ ਉਹ ਤੁਹਾਨੂੰ? बहुत सुन रही ਕਾਂਗਰਸ ਦੀ ਇਨਫਾਈਟ ਇੱਕ ਵੱਡਾ ਸਵਾਲ ਰਹੀ ਹੈ ਕਿ ਉਹ ਇਨਫਾਈਟ ਦੂਰ ਹੋ ਗਈ। ਤੁਸੀਂ ਹੁਣ ਕਿਉਂਕਿ ਹੁਣ ਤਾਂ ਨੇੜਿਓਂ ਵੀ ਦੇਖ ਰਹੇ ਹੋ ਤਾਂ ਇਨਫਾਈਟ ਨੂੰ ਲੈ ਕੇ ਹਮੇਸ਼ਾ ਕਾਂਗਰਸ ਦੇ ਪਿੱਛੇ ਕਹਿੰਦੇ ਕਿ ਕਾਂਗਰਸ ਦੇ ਵਿੱਚ ਜੇ ਹਾਰ ਹੁੰਦੀ ਹੈ ਤਾਂ ਉਹ ਆਪਣਿਆਂ ਕਰਕੇ ਹੁੰਦੀ ਹੈ, ਵਿਰੋਧੀਆਂ ਨੂੰ ਇੰਨਾ ਪਾਵਰ ਨਹੀਂ ਹੁੰਦੀ ਕਿ ਉਹ ਹਰਾ ਸਕਣ। ਜਲੰਧਰ ਪੂਰਾ ਸਾਡੇ ਲਈ ਆਪਣਾ ਹੈ। ਮੈਂ ਤਾਂ ਉਹਦੇ 'ਚ ਕੋਈ ਕਾਂਗਰਸ ਤੋਂ ਇਲਾਵਾ ਦੇਖਦੀ ਹੀ ਨਹੀਂ ਜੀ। ਸਾਡੀ ਕਾਂਗਰਸ ਬਿਲਕੁਲ ਵੰਡੀ ਨਹੀਂ ਹੋਈ, ਜਿੱਥੇ ਲੋੜ ਪੈਂਦੀ ਹੈ ਅਸੀਂ ਸਾਰੇ ਬਿਲਕੁਲ ਇਕੱਠੇ ਹਾਂ। ਸਦੀਆਂ ਤੋਂ ਸਾਨੂੰ ਪਰੇ ਪਰੇ ਰੱਖਿਆ, ਸਾਨੂੰ ਸਦੀਆਂ ਤੋਂ ਸਾਡੇ ਲਈ ਇਹ ਪਰੇਸ਼ਾਨੀ ਦੇ ਸਬਬ ਬਣਦੇ ਰਹੇ। ਪਰ ਦੇਸ਼ ਦੇ ਵਿੱਚ ਇੱਕ ਤਾਕਤ ਚੱਲ ਰਹੀ ਹੈ ਇਸ ਵੇਲੇ ਜਿਹੜੀ ਵੰਡਣ ਦੀ ਕੋਸ਼ਿਸ਼ ਕਰ ਰਹੀ ਹੈ ਇਸ ਵੇਲੇ ਧਰਮਾਂ ਦੇ ਨਾਂ ਤੇ। ਕੋਈ ਸ਼ੱਕ ਹੈ? ਕੋਈ ਸ਼ੱਕ ਹੈ ਤੁਹਾਨੂੰ? ਔਰ ਸਾਡੇ ਦੇਸ਼ ਨੂੰ ਵੰਡਣ ਨੂੰ ਸਾਡੀ ਤਾਂ ਸਮਾਜ ਅੱਗੇ ਇੰਨਾ ਵੰਡਿਆ ਗਿਆ ਔਰ ਅਨਪੜ੍ਹਤਾ ਦੇ ਕਾਰਨ ਉਹ ਫਰਦਰ ਹੋਰ ਗੋਤਾਂ ਤੱਕ ਤੇ ਵੀ ਵੰਡ ਹੋ ਜਾਂਦਾ ਹੈ, ਜਾਤੀਆਂ 'ਚ ਵੰਡ ਹੋ ਰਿਹਾ। ਤੇ ਸਾਡਾ ਅਸੀਂ ਆਪਣੇ ਦੇਸ਼ ਦੇ ਜੇ ਵਿਸ਼ਵ ਨੂੰ ਕੁਟੁੰਬ ਦਾ ਇੱਕ ਦਰਜਾ ਦੇਣਾ ਚਾਹੁੰਦੇ ਹਾਂ ਤਾਂ ਉਹ ਕਿਸ ਤਰ੍ਹਾਂ ਪੋਸੀਬਲ ਹੋਏਗਾ? ਸਤਿ ਸ਼੍ਰੀ ਅਕਾਲ ਦੋਸਤੋ, ਇਸ ਵਕਤ ਤੁਹਾਡੇ ਨਾਲ ਤੁਹਾਡਾ ਆਪਣਾ ਦੋਸਤ ਹਰਦੀਪ ਸਿੰਘ ਭੋਗਲ। ਜਲੰਧਰ ਦੀ ਜ਼ਿਮਨੀ ਚੋਣ ਚੱਲ ਰਹੀ ਹੈ ਤਾਂ ਹਰੇਕ ਵਿਅਕਤੀ ਕੋਸ਼ਿਸ਼ ਕਰ ਰਿਹਾ ਹੈਗਾ ਕਿ ਇਸ ਜ਼ਿਮਨੀ ਚੋਣ ਦੇ ਵਿੱਚ ਆਪਣਾ ਪੱਖ ਲੋਕਾਂ ਤੱਕ ਪਹੁੰਚਾਇਆ ਜਾਵੇ। ਇਸ ਵਕਤ ਸਾਡੇ ਨਾਲ ਜਲੰਧਰ ਤੋਂ, ਕਿਉਂਕਿ ਪਹਿਲਾਂ ਅਸੀਂ ਚੌਧਰੀ ਸਾਹਿਬ ਦੀ ਗੱਲ ਕਰਦੇ ਹੁੰਦੇ ਸੀ, ਉਹਨਾਂ ਦੇ ਨਾਲ ਮੁਲਾਕਾਤਾਂ ਹੁੰਦੀਆਂ ਸੀ ਤੇ ਹੁਣ ਉਚੇਚੇ ਤੌਰ ਤੇ ਉਹਨਾਂ ਦੇ ਪਤਨੀ ਜਿਹੜੇ ਨੇ ਕਰਮਜੀਤ ਕੌਰ ਚੌਧਰੀ, ਉਹ ਚੋਣ ਮੈਦਾਨ ਦੇ ਵਿੱਚ ਉਤਰੇ ਹੋਏ ਨੇ। ਪਾਰਟੀ ਨੇ ਇਹਨਾਂ ਤੇ ਭਰੋਸਾ ਕੀਤਾ ਹੈਗਾ। ਇੱਕ ਸੈਟਬੈਕ ਸੀਗਾ ਪਾਰਟੀ ਲਈ ਕਿ ਜਿਸ ਤਰੀਕੇ ਨਾਲ ਭਾਰਤ ਜੋੜੋ ਯਾਤਰਾ ਦੇ ਵਿੱਚ ਉਹਨਾਂ ਦਾ ਅਚਾਨਕ ਇਸ ਦੁਨੀਆ ਤੋਂ ਜਾਣਾ ਹੁੰਦਾ ਤਾਂ ਉਸ ਤੋਂ ਬਾਅਦ ਕਿਸ ਤਰੀਕੇ ਨਾਲ ਦੁਬਾਰਾ ਜ਼ਿਮਨੀ ਚੋਣ ਕਰਵਾਉਣੀ ਪੈ ਰਹੀ ਹੈ, ਤਾਂ ਉਹਨਾਂ ਹਾਲਾਤਾਂ ਦੇ ਵਿੱਚ ਮੈਡਮ ਸਾਡੇ ਨਾਲ ਨੇ, ਗੱਲਬਾਤ ਕਰਾਂਗੇ ਕਿਉਂਕਿ ਨਕੋਦਰ ਵੱਲਾਂ ਜਾ ਰਹੇ ਨੇ, ਲੋਕਾਂ ਤੱਕ ਪਹੁੰਚ ਕਰ ਰਹੇ ਨੇ, ਲੋਕਾਂ ਦਾ ਕਿਹੋ ਜਿਹਾ ਰੁਝਾਨ ਹੈਗਾ ਤਾਂ ਉਹ ਵੀ ਆਪਾਂ ਸਮਝਣ ਦੀ ਕੋਸ਼ਿਸ਼ ਕਰਾਂਗੇ। ਮੈਡਮ ਸਭ ਤੋਂ ਪਹਿਲਾਂ ਤਾਂ ਲੋਕਾਂ ਦੇ ਵਿੱਚ ਵਿਚਰ ਰਹੇ ਹੋ, ਲੋਕਾਂ ਤੱਕ ਪਹੁੰਚ ਕਰ ਰਹੇ ਹੋ। ਕਦੇ ਇਹ ਸੀਗਾ ਕਿ ਚੌਧਰੀ ਸਾਹਿਬ ਦੀ ਬੈਕਐਂਡ ਤੇ ਕੰਮ ਕਰਦੇ ਸੀਗੇ, ਹੁਣ ਚੌਧਰੀ ਸਾਹਿਬ ਦੀ ਗੈਰ ਹਾਜ਼ਰੀ ਦੇ ਵਿੱਚ ਉਹ ਸਾਰੀਆਂ ਚੀਜ਼ਾਂ ਆਪ ਕਰਨੀਆਂ ਪੈ ਰਹੀਆਂ। ਕਿਸ ਤਰੀਕੇ ਨਾਲ ਇਹ ਚੀਜ਼ਾਂ ਸੰਭਾਲ ਰਹੀ ਹੋ ਜਾਂ ਕਿਸ ਤਰੀਕੇ ਨਾਲ ਲੋਕਾਂ ਤੱਕ ਪਹੁੰਚ ਕਰ ਰਹੇ ਹੋ? ਹਰਦੀਪ ਜੀ, ਪਹਿਲਾਂ ਤਾਂ ਸਤਿ ਸ਼੍ਰੀ ਅਕਾਲ ਤੁਹਾਨੂੰ, ਜਿਹੜਾ ਤੁਸੀਂ ਮੇਰੇ ਨਾਲ ਇਸ ਵੇਲੇ ਮੇਰੀ ਜਰਨੀ 'ਚ ਮੇਰੇ ਨਾਲ ਬੈਠ ਕੇ ਮੇਰੇ ਨਾਲ ਗੱਲਬਾਤ ਕਰ ਰਹੇ ਹੋ। ਤੁਸੀਂ ਪੁੱਛਿਆ ਕਿ ਮੈਂ ਚੌਧਰੀ ਸਾਹਿਬ ਦੇ ਨਾਲ ਬੈਕ 'ਤੇ ਰਹਿ ਕੇ ਕੰਮ ਕਰਦੀ ਰਹੀ ਹਾਂ ਜੀ, ਔਰ ਤੁਸੀਂ ਇਹ ਵੀ ਦੱਸ ਚੁੱਕੇ ਹੋ ਕਿ ਚੌਧਰੀ ਸਾਹਿਬ ਦੇ ਕਿੰਨੇ ਹਾਲਾਤਾਂ 'ਚ ਸਾਤੋਂ ਸਦੀਵੇ ਵਿਛੋੜਾ ਦੇ ਗਏ। ਤੇ ਇਹ ਅਨਪ੍ਰੈਡਿਕਟੇਬਲ ਚੀਜ਼ਾਂ ਨੇ ਜਿਹੜੀਆਂ ਕਿ ਜ਼ਿੰਦਗੀ 'ਚ ਕਦ ਆ ਜਾਣ ਕਿਸੇ ਨੂੰ ਵੀ ਨਹੀਂ ਪਤਾ ਜੀ। ਲੇਕਿਨ ਇਹ ਘਟਨਾ ਜਦੋਂ ਘਟੀ ਹੈ ਤਾਂ ਇਸ 'ਚ ਕੋਈ ਸ਼ੱਕ ਨਹੀਂ ਕਿ ਉਸਨੇ ਮੇਰੀ ਜ਼ਿੰਦਗੀ ਨੂੰ ਔਰ ਮੇਰੇ ਪਰਿਵਾਰਿਕ ਮਾਹੌਲ ਨੂੰ ਔਰ ਮੇਰੀ ਪਾਰਟੀ ਨੂੰ ਵੀ ਬਹੁਤ ਵੱਡਾ ਧੱਕਾ ਲਗਾਇਆ ਜੀ। ਲੇਕਿਨ ਜ਼ਿੰਦਗੀ 'ਚ ਅਵਲੀ ਰਹਿਣੀ ਚਾਹੀਦੀ ਹੈ ਔਰ ਹਰ ਇੱਕ ਆਦਮੀ ਦੀ ਜ਼ਿੰਦਗੀ 'ਚ ਦੁੱਖ ਸੁੱਖ ਬਣੇ ਹਨ, ਲੇਕਿਨ ਸਿਆਸੀ ਪਰਿਵਾਰ ਦੇ ਵਿੱਚ ਹੋਣ ਕਰਕੇ ਇਹ ਸਿੱਖਿਆ ਵੀ ਹੈ ਔਰ ਇਹ ਹੁੰਦਾ ਵੀ ਹੈ ਜੀ ਕਿ ਉੱਥੇ ਦੁੱਖਾਂ ਨੂੰ ਪਿਛਲੇ ਬੰਨੇ ਰੱਖਣਾ ਪੈਂਦਾ ਕਿਉਂਕਿ ਤੁਸੀਂ ਇੱਕ ਪਬਲਿਕ ਫਿਗਰ ਹੋ ਜਾਂਦੇ ਹੋ ਜੀ। ਇਹ ਸਭ ਮੈਂ ਦੇਖ ਰਹੀ ਸੀ ਔਰ ਪਿੱਛੇ ਰਹਿ ਕੇ ਉਹਨਾਂ ਦੀ ਮਦਦ ਵੀ ਜੀ। ਲੇਕਿਨ ਅੱਜ ਮੈਨੂੰ ਆਪਣੇ ਇਸ ਮਾਹੌਲ ਦੇ ਵਿੱਚ ਇਸ ਹਾਦਸੇ ਤੋਂ ਬਾਅਦ ਫਰੰਟ ਵੀਲ ਤੇ ਆ ਕੇ ਬੈਠ ਕੇ ਉਸ ਨੂੰ ਲੀਡ ਕਰਨ ਦਾ ਇੱਕ ਮੇਰੇ ਸਰਕਮਸਟੈਂਸਸ ਨੇ ਮੈਨੂੰ ਪਾਤਾ ਔਰ ਮੈਂ ਉਸ ਨੂੰ ਅਪਣਾ ਕੇ
ਆਪਣਾ ਬੈਸਟ ਦੇਣ ਦੀ ਕੋਸ਼ਿਸ਼ ਕਰ ਰਹੀ ਹੈ। ਮੈਡਮ ਜਦੋਂ ਚੋਣਾਂ ਦੀ ਗੱਲ ਕਰਦੇ ਹਾਂ, ਅਸੀਂ ਪਿਛਲੀਆਂ ਚੋਣਾਂ ਨੂੰ ਘੋਖਣ ਦੀ ਕੋਸ਼ਿਸ਼ ਕਰਦੇ ਹਾਂ ਤਾਂ ਲੋਕ ਸਭਾ ਦੇ ਵਿੱਚ ਵੀ ਇੱਕ ਵੱਡਾ ਮਾਰਜਨ ਰਿਹਾ ਚੌਧਰੀ ਸਾਹਿਬ ਦਾ, ਕਿਉਂਕਿ ਆਪਣੇ ਤੌਰ ਤੇ ਲੋਕਾਂ ਦੇ ਵਿੱਚ ਵਿਚਰਦੇ ਰਹਿੰਦੇ ਸੀ। ਜਦੋਂ ਹੁਣ ਤੁਹਾਡੇ ਬੇਟੇ ਦੀ ਅਸੀਂ ਗੱਲ ਕਰ ਰਹੇ ਵਿਧਾਨ ਸਭਾ ਦੇ ਵਿੱਚ ਚੋਣਾਂ ਲੜੀਆਂ ਫਲੋਰ ਦੇ ਵਿੱਚ, ਉਹਨਾਂ ਦਾ ਵੀ ਇੱਕ ਵੱਡਾ ਮਾਰਜਨ ਹੈਗਾ। ਲੱਗਦਾ ਕਿ ਇਹਨਾਂ ਚੋਣਾਂ ਦੇ ਵਿੱਚ ਉਹ ਮਾਰਜਨ ਜਿਹੜਾ ਹੈਗਾ ਕਾਫੀ ਬੈਨੀਫੀਸ਼ੀਅਲ ਰਹਿਣ ਵਾਲਾ ਹੈਗਾ। ਬੇਸ਼ੱਕ ਜੀ, ਇਹ ਮੈਂ ਜ਼ਰੂਰ ਕਹਾਂਗੀ ਕਿ ਜਲੰਧਰ ਨਿਵਾਸੀਆਂ ਨੇ ਸਾਡੇ ਪਰਿਵਾਰ ਨੂੰ ਸਮੁੱਚੇ ਜਲੰਧਰ ਨੇ ਜੀ ਬਹੁਤ ਪਿਆਰ ਦਿੱਤਾ ਹੈ, ਬਹੁਤ ਸਤਿਕਾਰ ਦਿੱਤਾ ਹੈ, ਜਿਹਦੇ ਲਈ ਅਸੀਂ ਤਹਿ ਦਿਲ ਤੋਂ ਧੰਨਵਾਦੀ ਹਾਂ। ਕਿਉਂਕਿ ਆਪਣੀ ਜਨਤਾ ਔਰ ਆਪਣੇ ਸ਼ਹਿਰ ਔਰ ਪਿੰਡਾਂ ਵਾਸੀਆਂ ਤੋਂ ਬਿਨਾ ਕੋਈ ਸਿਆਸੀ ਆਦਮੀ ਕਾਮਯਾਬੀ ਦੀ ਸੀੜੀ ਨਹੀਂ ਚੜ੍ਹ ਸਕਦਾ ਜੀ। ਇਸ 'ਚ ਕੋਈ ਸ਼ੱਕ ਇਹ ਵੀ ਨਹੀਂ ਕਿ ਜੋ ਸਾਡੇ ਲੋਕ ਹਨ ਉਹ ਪਾਰਟੀ ਦੀ ਵਿਚਾਰਧਾਰਾ ਵੀ ਦੇਖਦੇ ਨੇ ਔਰ ਆਪਣੇ ਲੀਡਰ ਦੀ ਵਿਚਾਰਧਾਰਾ ਔਰ ਉਹਦੀ ਕਾਰਗੁਜ਼ਾਰੀ ਵੀ ਵੇਖਦੇ ਨੇ। ਤਾਂ ਦੋਨਾਂ ਤਰ੍ਹਾਂ ਦਾ ਐਸਾ ਤਾਲਮੇਲ ਰਿਹਾ ਕਿ ਸਾਨੂੰ ਜਲੰਧਰ ਨੇ ਬੇਹੱਦ ਪਿਆਰ ਦਿੱਤਾ। ਉਸੇ ਦਾ ਹੀ ਕਾਰਨ ਔਰ ਉਸੇ ਦਾ ਹੀ ਨਤੀਜਾ ਸੀ ਕਿ 14 ਵਿੱਚ ਵੀ ਜੀ ਔਰ 19 ਵਿੱਚ ਵੀ ਮੋਦੀ ਲਹਿਰ ਹੁੰਦਿਆਂ ਹੋਇਆਂ ਵੀ ਸਾਨੂੰ ਭਾਰੀ ਬਹੁਮਤ ਨਾਲ 14 ਚ ਸਾਨੂੰ ਜਿਤਾਇਆ ਜਲੰਧਰ ਨੇ ਜਿਤਾਇਆ ਜੀ। ਔਰ ਹੁਣ ਜਿਹੜੀ ਰੀਸੈਂਟਲੀ ਸਾਲ ਪਹਿਲਾਂ ਚੋਣ ਹੋ ਕੇ ਹਟੀ ਹੈ, ਉਹਦੇ ਚ ਚਾਹੇ ਇੱਕ ਬਦਲਾਵ ਦੀ ਹਨੇਰੀ ਜਾਂ ਜੋ ਵੀ ਇਹਨੂੰ ਕੋਈ ਟਰਮ ਯੂਜ਼ ਕੀਤੀ ਜਾਵੇ ਜੀ, ਉਹਦੇ ਵਿੱਚ ਰੂਲਿੰਗ ਪਾਰਟੀ ਨੂੰ 92 ਸੀਟਾਂ ਤਾਂ ਮਿਲ ਗਈਆਂ, ਲੇਕਿਨ ਜਲੰਧਰ ਔਰ ਦੁਆਬੇ ਨੇ ਆਪਣੀ ਜਿਹੜੀ ਧਰਮ ਹੈ ਉਸ ਨੂੰ ਅੱਜ ਵੀ ਉੱਤੇ ਪਾ ਲਿਆ। ਔਰ ਜੋ 18 ਵਿਧਾਇਕ ਕਾਂਗਰਸ ਦੇ ਚੁਣ ਕੇ ਆਏ, ਉਹਨਾਂ ਚੋਂ ਫਲੋਰ ਨੇ ਵਿਕਰਮਜੀਤ ਸਿੰਘ ਚੌਧਰੀ ਮੇਰੇ ਬੇਟੇ ਨੂੰ ਸਭ ਤੋਂ ਜ਼ਿਆਦਾ ਵੋਟਾਂ ਦੇ ਕੇ ਨਵਾਜ਼ਿਆ, ਜਿਹਦਾ ਮੈਂ ਧੰਨਵਾਦ ਕਰਦੀ। ਮੈਂ ਇਹੀ ਸਵਾਲ ਕਰਨ ਲੱਗਾ ਸੀਗਾ, ਤੁਸੀਂ ਜ਼ਿਕਰ ਕੀਤਾ ਕਹਿੰਦੇ ਕਿ ਇੱਕ ਬਦਲਾਵ ਦੀ ਹਨੇਰੀ ਚੱਲ ਰਹੀ ਸੀਗੀ, ਹੁਣ 1 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ, ਬਦਲਾਵ ਨਜ਼ਰ ਆਇਆ ਹੋ ਤੁਹਾਨੂੰ? ਬਹੁਤ ਸੁਣ ਰਹੀ ਹੈ ਨਜ਼ਰ, ਕੱਲਾ ਮੇਰੇ ਆਉਣ ਤੇ ਤਾਂ ਗੱਲ ਨਹੀਂ ਬਣਨੀ, ਇਹ ਤਾਂ ਸਾਰੀ ਜਲੰਧਰ ਔਰ ਸਾਰਾ ਪੰਜਾਬ ਦੱਸੇਗਾ ਜੀ। ਔਰ ਬਦਲਾਵ ਦਾ ਇੱਕ ਨਾਰਾ ਹੀ ਸੀ ਜਾਂ ਉਹ ਵਾਸਤਵਿਕਤਾ ਦੇ ਵਿੱਚ ਬਦਲਿਆ, ਇਹ ਵੀ ਸਾਡੇ ਜਨਤਾ ਦੱਸੇਗੀ। ਅਸੀਂ ਆਪਣੇ ਆਪ ਦੇ ਆਪ ਸੋਲੇ ਪੜਦੇ ਅੱਛੇ ਨਹੀਂ ਲੱਗਦੇ ਜੀ, ਜਨਤਾ ਨੂੰ ਦੱਸਣਾ ਚਾਹੀਦਾ ਹੈ ਔਰ ਜਨਤਾ ਕੋਲ ਬੜਾ ਵਧੀਆ ਤਰੀਕਾ ਹੈ ਜੀ, ਵੋਟ ਬਟਨ ਦਬ ਕੇ। ਔਰ ਮੈਨੂੰ ਬੜਾ ਵਿਸ਼ਵਾਸ ਹੈ ਕਿ ਲੋਕ ਆਪਣੇ ਜਿਹੜਾ ਵਿਵੇਕ ਹੈ ਉਹ ਤੋਂ ਕੰਮ ਲੈਂਦੇ ਨੇ, ਉਹਨਾਂ ਨੂੰ ਭੋਲੇ ਨਹੀਂ ਸਮਝਣਾ ਚਾਹੀਦਾ ਜੀ। ਹਾਂ, ਕੁਝ ਗੱਲਾਂ ਕਰਕੇ ਕੁਝ ਮਾਹੌਲ ਬਣੇ ਹੁੰਦੇ ਨੇ ਜਿਨ੍ਹਾਂ ਕਰਕੇ ਇਦਾਂ ਦੇ ਜੁਮਲੇ ਕਈ ਵਾਰੀ ਅੱਛੇ ਦਿਨਾਂ ਦੇ ਜਾਂ 2-2 ਕਰੋੜ ਨੌਕਰੀਆਂ ਦੇਣ ਦੇ ਜਾਂ ਕੋ ਚਲੋ ਵੀ ਆਪਣੇ ਉਸ ਮਾਹੌਲ ਨੂੰ ਮਿਸਯੂਜ਼ ਕਹਿ ਕੇ ਆਪਣੇ ਝੂਠ ਨੂੰ ਇੰਨਾ ਜ਼ਿਆਦਾ ਸੱਚਾਈ ਦਾ ਕਰਕੇ ਪੇਸ਼ ਕਰੋ ਤੇ ਲੋਕ ਕਈ ਵਾਰੀ ਉਹਦੇ 'ਚ ਫਸ ਵੀ ਜਾਂਦੇ ਆ ਜੀ। ਲੇਕਿਨ ਅੱਛੇ ਲੋਕ ਜਾਂ ਅੱਛੀ ਸਰਕਾਰ ਦਾ ਫਰਜ਼ ਬਣਦਾ ਹੈ ਕਿ ਉਹ ਆਪਣੇ ਜਿਹੜੇ ਉਹਨਾਂ ਦੇ ਕੀਤੇ ਹੋਏ ਵਾਅਦੇ ਨੇ ਉਹਨਾਂ ਤੇ ਪੂਰੇ ਖਰੇ ਉਤਰਨ। ਮੈਡਮ, ਜਦੋਂ ਤੁਸੀਂ ਲੋਕਾਂ ਦੇ ਵਿੱਚ ਵਿਚਰਦੇ ਹੋ ਹੁਣ, ਕਿਉਂਕਿ ਚੌਧਰੀ ਸਾਹਿਬ ਦਾ ਇੱਕ ਆਪਣਾ ਰਸੂਖ ਸੀਗਾ, ਪਹਿਲਾਂ ਪਰਿਵਾਰ ਤੋਂ ਉਹਨਾਂ ਨੂੰ ਕਾਫੀ ਗੁੜਤੀ ਮਿਲੀ ਹੋਈ ਸੀ ਸਿਆਸਤ ਦੀ, ਤੁਹਾਡੇ ਲਈ ਮੈਨੂੰ ਲੱਗਦਾ ਇੱਕ ਸਭ ਤੋਂ ਇੱਕ ਵੱਡਾ ਚੇਂਜ ਓਵਰ ਹੈਗਾ ਇਹ ਕਿ ਤੁਸੀਂ ਲੋਕਾਂ ਦੇ ਵਿੱਚ ਇਸ ਤਰੀਕੇ ਨਾਲ ਵਿਚਰਨਾ ਹੈਗਾ ਜਾਂ ਉਹਨਾਂ ਤੋਂ ਜਾ ਕੇ ਵੋਟ ਦੀ ਅਪੀਲ ਕਰਨੀ ਹੈਗੀ, ਤਾਂ ਤੁਹਾਡਾ ਆਪਣਾ ਜਿਹੜਾ ਨਿੱਜੀ ਤਜਰਬਾ ਰਿਹਾ, ਤੁਸੀਂ ਆਪਣੇ ਤੌਰ ਤੇ ਕਿਸ ਤਰੀਕੇ ਨਾਲ ਉਸ ਚੀਜ਼ ਨੂੰ ਤੇ ਇਸ ਪ੍ਰੋਫੈਸ਼ਨ ਨੂੰ ਅਲੱਗ-ਅਲੱਗ ਕਰਕੇ ਵੇਖਦੇ ਹੋ? ਮੈਂ ਕਈ ਇੰਟਰਵਿਊਜ਼ ਵਗੈਰਾ 'ਚ ਕਹਿ ਚੁੱਕੀ ਹਾਂ ਜੀ ਕਿ ਪਿਛੋਕੜ ਤੋਂ ਮੈਂ ਮਲਵੈਣ ਹੈ ਜੀ। ਮੈਂ ਇੱਕ ਆਰਮੀ ਆਫਿਸਰਸ ਫੈਮਿਲੀ ਤੋਂ ਹੈ ਜੀ, ਔਰ ਮੇਰਾ ਜਿਹੜਾ ਆਪਣਾ ਜਿਹੜਾ ਐਜੂਕੇਸ਼ਨ ਹੈ ਉਹ ਟੋਟਲੀ ਲਿਟਰੇਚਰ ਔਰ ਆਰਟ ਜੀ ਤੇ ਹੈ। ਚਾਹੇ ਮੈਂ ਗ੍ਰੈਜੂਏਸ਼ਨ ਪੀਜੀ ਆਪਣੀ ਇੰਗਲਿਸ਼ ਔਰ ਹਿਸਟਰੀ 'ਚ ਕੀਤੀ, ਲੇਕਿਨ ਮਿਊਜ਼ਿਕ ਵੀ ਮੇਰਾ ਬਹੁਤ ਇੱਕ ਅਹਿਮ ਹਿੱਸਾ ਹੈ ਮੇਰੀ ਲਾਈਫ ਦਾ ਜੀ, ਔਰ ਖਾਸ ਤੌਰ ਤੇ ਕਲਾਸੀਕਲ ਐਂਡ ਲਾਈਟ ਵੋਕਲ। ਪਰ ਸਰਕਮਸਟੈਂਸਿਸ ਆਦਮੀ ਦੀ ਜ਼ਿੰਦਗੀ 'ਚ ਬਦਲਦੇ ਰਹਿੰਦੇ ਨੇ ਤੇ ਬਦਲਣਾ ਪੈਂਦਾ ਵੀ ਹੈ। ਆਪਣੇ ਵਿਆਹ ਤੋਂ ਬਾਅਦ ਮੈਂ ਇਸ ਘਰ 'ਚ ਇੱਕ ਸੱਚੀ ਸੁੱਚੀ ਰਾਜਨੀਤੀ ਦੇਖੀ। ਮੇਰਾ ਆਪਣਾ ਪਿਛੋਕੜ ਮੈਂ ਆਪਣਾ ਲੈ ਕੇ ਆਈ ਜੀ,
ਇੱਕ ਡਿਸਪਲਿਨਡ ਪਰਿਵਾਰ ਚੋਂ, ਇੱਕ ਡਿਸਪਲਿਨਡ ਵੇ ਦੀ ਲਾਈਫ ਤੋਂ ਹੂੰ ਔਰ ਆਪਣੀ ਪੜ੍ਹਾਈ ਨੂੰ ਲੈ ਕੇ। ਹੂੰ ਲੇਕਿਨ ਇੱਕ ਨਾਲ ਮੈਂ ਉਦੋਂ ਤੱਕ PES ਪੰਜਾਬ ਐਜੂਕੇਸ਼ਨਲ ਸਰਵਿਸਿਜ਼ 'ਚ ਪ੍ਰੋਫੈਸਰ ਲੈਕਚਰਰ ਬਣ ਚੁੱਕੀ ਸੀ। ਜੀ ਉਹਦਾ ਇੱਕ ਉਹਦਾ ਜਕਸਟਾਪੋਜੀਸ਼ਨ ਹੋ ਗਈ, ਜਿੱਦਾਂ ਜਕਸਟਾਪੋਜ਼ ਕਰ ਬਿਲਕੁਲ ਪਿਛਲਾ ਔਰ ਆਉਣ ਵਾਲਾ ਬਿਲਕੁਲ ਬਿਲਕੁਲ ਪੈਰਾਡੌਕਸਿਕਲ ਸੀਗਾ। ਲੋਕਾਂ ਨਾਲ ਕਿ ਉੱਧਰ ਇੰਟਰੈਕਸ਼ਨ ਰਿਹਾ ਸਿਆਸਤ ਹੂੰ ਔਰ ਇੱਧਰ ਲਿਟਰੇਚਰ, ਮਿਊਜ਼ਿਕ, ਹੂੰ। ਆਰਮੀ, ਹੂੰ ਤਾਂ ਉਹਦਾ ਤਾਲਮੇਲ ਬਣਾਉਣ 'ਚ ਜਾਂ ਉਹਨੂੰ ਕਰਨ 'ਚ ਮੈਨੂੰ ਦਿੱਕਤ ਨਹੀਂ ਆਈ। ਹੂੰ ਔਰ ਦਿੱਕਤ ਕਿਉਂ ਨਹੀਂ ਆਈ? ਕਿਉਂਕਿ ਪਰਿਵਾਰ ਬੜਾ ਪਿਆਰਾ। ਜੀ ਬਾਪੂ ਜੀ ਮਾਸਟਰ ਗੁਰਬੰਤਾ ਸਿੰਘ ਜੀ ਹੂੰ ਪਿਤਾ ਸਮਾਨ ਕੀ ਇੱਕ ਸੇਂਟਲੀ ਫਿਗਰ ਸਨ। ਹੂੰ ਕਦੇ ਮਹਿਸੂਸ ਨਹੀਂ ਹੋਇਆ। ਮੈਂ ਆਪਣੇ ਪਿਤਾ ਜੀ ਨੂੰ, ਡੈਡੀ ਨੂੰ, ਲੇਟ ਕੈਪਟਨ ਕਹਿਰ ਸਿੰਘ, ਜੀ ਉਹਨਾਂ ਨੂੰ ਮੈਂ ਬੜੀ ਛੋਟੇਪਨ 'ਚ ਗਵਾਇਆ ਸੀ। ਜੀ ਤੇ ਸਾਡੇ ਮਦਰ ਸਾਡੇ ਹੀਰੋ ਨੇ। ਹੂੰ ਉਹਨਾਂ ਨੇ ਸਾਨੂੰ ਚਾਰਾਂ ਬ੍ਰਦਰ ਸਿਸਟਰਸ ਨੂੰ ਬਹੁਤ ਅੱਛੀ ਤਰ੍ਹਾਂ ਪਾਲਿਆ, ਹੂੰ ਬੈਸਟ ਆਫ ਐਜੂਕੇਸ਼ਨ ਦਿੱਤੀ। ਜੀ ਲੇਕਿਨ ਇੱਕ ਸਿਆਸੀ ਪਰਿਵਾਰ 'ਚ ਆ ਕੇ ਹੂੰ ਮੈਨੂੰ ਹਰਦੀਪ ਜੀ ਹੂੰ ਉਸ ਨੂੰ ਵੀ ਨਾਲ ਅਪਣਾਉਣ ਦੇ ਵਿੱਚ ਕਿਤੇ ਦਿੱਕਤ ਨਹੀਂ ਆਈ। ਲੱਗੀ। ਇੱਕ ਬੜੀ ਅਹਿਮ ਚੀਜ਼ ਹੁੰਦੀ, ਜਿਵੇਂ ਤੁਸੀਂ ਗੱਲਾਂ ਕਰ ਵੀ ਰਹੇ ਸੀਗੇ ਤਾਂ ਜਦੋਂ ਤੁਸੀਂ 뮤직 ਦੀ ਗੱਲ ਕੀਤੀ ਤਾਂ ਮੈਨੂੰ ਬੀਬਾ ਰਣਜੀਤ ਕੌਰ ਹੋਰਾਂ ਦਾ ਯਾਦ ਆ ਗਿਆ, ਜਾਂ ਉਹਨਾਂ ਦਾ ਵੀ ਕਿਉਂਕਿ ਤੁਹਾਡੇ ਵਰਗਾ ਥੋੜਾ ਜਿਹਾ ਆਪਾਂ ਕਹਿ ਲਈਏ ਕਿ ਝਲਕਾਰਾ ਪੈਂਦਾ ਚਿਹਰੇ ਤੋਂ, ਤਾਂ ਬੜੀਆਂ ਚੀਜ਼ਾਂ ਜਿਹੜੀਆਂ ਪੰਜਾਬ ਦੀਆਂ ਲੋਕ ਗੀਤ ਸੀਗੇ ਜਾਂ ਉਹ ਸਾਰੀਆਂ ਚੀਜ਼ਾਂ ਸੀਗੀਆਂ ਉਹ ਵੀ ਕਿਤੇ ਨਾ ਕਿਤੇ ਯਾਦ ਆ ਜਾਂਦੀਆਂ। ਤੁਹਾਡਾ ਉਹ ਮੇਰਾ ਲੋਕ ਗੀਤ ਮੇਰਾ ਖੇਤਰ ਨਹੀਂ ਰਿਹਾ, ਕਲਾਸੀਕਲ 뮤직। ਹੂੰ ਮੈਂ ਬੇਸਿਕਲੀ ਕਲਾਸੀਕਲ ਵੋਕਲ ਨੂੰ ਕਨਸੈਂਟਰੇਟ ਕੀਤਾ, ਜਿੱਦਾਂ ਉਹਨੂੰ ਇੱਕ ਸਬਜੈਕਟ ਰਹਿ ਕੇ ਮੈਂ ਗ੍ਰੈਜੂਏਸ਼ਨ ਤੱਕ ਉਹਨੂੰ ਕੀਤਾ। ਹੂੰ ਇਹ ਗੱਲ ਤੇ ਗੱਲ ਆ ਗਈ ਤਾਂ ਮੈਂ ਜ਼ਰੂਰ ਕਹਾਂਗੀ ਕਿ ਇੱਕ ਜ਼ਿੰਦਗੀ ਹੋਰ ਚਾਹੁੰਦੀ ਹੈ ਜੀ ਕਲਾ ਨੂੰ ਸਮਰਪਿਤ ਕਰਨ ਲਈ। ਹੂੰ ਲੇਕਿਨ ਇਸ ਜਨਮ ਨੂੰ ਤਾਂ ਹੁਣ ਮੈਂ ਜਿਸ ਰਸਤੇ ਪੈ ਗਈ ਹੈ ਜੀ ਉਹਦੇ ਵਿੱਚ ਹੀ ਇੱਕ ਛੋਟਾ ਜਿਹਾ ਵਰਕਰ ਬਣ ਕੇ ਹੂੰ ਕੰਮ ਕਰਨਾ ਚਾਹੁੰਦੀ ਹੈ। ਹੂੰ ਚੌਧਰੀ ਸਾਹਿਬ ਦੇ ਸੁਪਨੇ ਜੋ ਅਧੂਰੇ ਰਹੇ, ਹੂੰ ਔਰ ਪਰਫੈਕਸ਼ਨ ਕਿਤੇ ਵੀ ਨਹੀਂ ਹੁੰਦੀ, ਹੂੰ ਔਰ ਉਹਨਾਂ ਦੀ ਜਿਹੜੀ ਛਵੀ ਸੀ, ਉਹਨਾਂ ਦੀ ਜੋ ਕੰਮ ਕਰਨ ਦਾ ਢੰਗ ਸੀ, ਹੂੰ ਜਿਸ ਤਰ੍ਹਾਂ ਸਾਡੇ ਪਰਿਵਾਰ ਨੇ ਕਰੀਬ ਕਹਿ ਲਓ ਕਿ ਅੱਜ 100 ਵਰੇ ਹੋਣ, ਜੀ ਸੈਂਚੁਰੀ ਹੋਣ, ਹੂੰ 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 ਇਹ ਪਿਆਰ ਜਿਹੜਾ ਬਣਿਆ, ਇਹ ਸਤਿਕਾਰ ਜਿਹੜਾ ਬਣਿਆ, ਇਹ ਸਾਰਾ ਕੁਝ ਤਾਂ ਇੱਕ ਅੱਛਾ ਆਪਣੀ ਅੱਛਾਈ, ਹੂੰ ਕਾਂਗਰਸ ਦੀ ਵਿਚਾਰਧਾਰਾ ਹੂੰ ਪਲੱਸ ਲੋਕਾਂ ਦਾ ਪਿਆਰ, ਇਹ ਸਾਰਾ ਕੁਝ ਮਿਲ ਕੇ ਹੀ ਸਭ ਕੁਝ ਇਹ ਸਕਸੈਸਫੁਲ ਹੋਇਆ। ਜੀ ਔਰ ਮੈਨੂੰ ਉਹਨੂੰ ਅੱਗੇ ਤੋਰਨਾ ਮੇਰੇ ਲਈ ਇੱਕ ਬਹੁਤ ਵੱਡੀ ਚੁਣੌਤੀ ਵੀ ਹੈ, ਹੂੰ ਔਰ ਮੈਂ ਇਸ ਚੁਣੌਤੀ ਨੂੰ ਸਵੀਕਾਰ ਕਰ ਚੁੱਕੀ ਕਿ ਵੇਲੇ ਪੈੜਾਂ ਪਈਆਂ ਹੁੰਦੀਆਂ ਤੇ ਉਹਨਾਂ ਤੇ ਚੱਲਣਾ ਆਸਾਨ ਹੋ ਜਾਂਦਾ, ਪਰ ਨਾਲ ਦੇ ਨਾਲ ਚੁਣੌਤੀ ਵੀ ਰਹਿੰਦੀ ਹੈ। ਬਿਲਕੁਲ ਚੁਣੌਤੀਆਂ ਤਾਂ ਜ਼ਿੰਦਗੀ 'ਚ ਆਉਂਦੀਆਂ ਹੀ ਨੇ, ਜੀ। ਹਰ ਇੱਕ ਦੇ ਆਉਂਦੀਆਂ ਨੇ, ਹੂੰ ਹਰ ਪਲ ਇੱਕ ਨਵੀਂ ਜੰਗ ਹੁੰਦੀ ਹੈ। ਹੂੰ ਲੇਕਿਨ ਆਪਣਿਆਂ ਪੁਰਾਣੇ ਸਮੇਂ ਨੂੰ ਔਰ ਪ੍ਰੈਜ਼ੈਂਟ ਨੂੰ ਜੋੜ ਕੇ ਜੇ ਵੇਖਿਆ ਜਾਵੇ ਹੂੰ ਤਾਂ ਬੜਿਆਂ ਤੋਂ ਸਿੱਖ ਲੈ ਕੇ ਹੂੰ ਔਰ ਆਪਣੇ ਛੋਟਿਆਂ ਤੋਂ ਵੀ ਕੁਝ ਸਿੱਖ ਕੇ ਹੂੰ ਆਦਮੀ ਅੱਗੇ ਵੱਧਦਾ ਰਵੇ, ਤਾਂ ਮੇਰਾ ਖਿਆਲ ਹੈ ਹੂੰ ਕਿ ਤੁਸੀਂ ਕਿਸੇ ਨਾ ਕਿਸੇ ਤਰ੍ਹਾਂ ਦਾ ਵੀ ਜਿਹੜਾ ਪਰੇਸ਼ਾਨੀ ਹੈ ਜਾਂ ਤੁਹਾਡੀ ਕੋਈ ਮਸਲਾ ਹੈ ਉਹ ਹੱਲ ਹੋ ਸਕਦਾ। ਰਾਜਨੀਤਿਕ ਪਰਿਵਾਰ ਦੇ ਵਿੱਚ ਰਹਿੰਦੇ ਹੋਏ ਬੰਦਾ ਨਾ ਚਾਹੁੰਦੇ ਹੋਏ ਵੀ ਥੋੜਾ ਰਾਜਨੀਤਿਕ ਹੋ ਜਾਂਦਾ, ਸਿਆਸੀ ਹੋ ਜਾਂਦਾ, ਤਾਂ ਉੱਦਾਂ ਉਚੇਚੇ ਤੌਰ ਤੇ ਅਸੀਂ ਅਧਿਕਾਰਕ ਤੌਰ ਤੇ ਮੰਨੀ ਤਾਂ ਤੁਸੀਂ ਹੁਣ ਸਿਆਸੀ ਹੋਏ ਹੋ, ਤਾਂ ਸਿਆਸਤ ਦੇ ਵਿੱਚ ਜਦੋਂ ਆਏ ਆ ਤਾਂ ਕਿਹੜੀਆਂ ਚੀਜ਼ਾਂ ਧਿਆਨ ਦੇ ਵਿੱਚ ਰੱਖ ਕੇ ਕਿਹੜੇ ਇਸ਼ੂ ਤੁਹਾਨੂੰ ਲੱਗਦਾ ਕਿ ਜਲੰਧਰ ਦੇ ਹੈਗੇ ਜਿਹੜੇ ਤੁਸੀਂ ਐਡਰੈਸ ਕਰਨੇ ਨੇ ਅੱਗੇ? ਹਰਦੀਪ ਜੀ, ਸਿਆਸਤ ਨੂੰ ਨਾ ਲੋਕਾਂ ਨੇ ਬਹੁਤ ਗੰਦਲਾ ਕਰ ਦਿੱਤਾ। ਮੰਨ ਦਿੱਤਾ ਜਾਂ ਹੂੰ ਕਰ ਦਿੱਤਾ, ਕਹੋ ਕਰ ਦੇਣਾ ਤੋਂ ਮੈਂ ਕਿਸੇ ਤੇ ਕੋਈ ਐਕਸਪਰਸ਼ਨਸ ਨਹੀਂ ਹਨ। ਹੂੰ ਹੂੰ ਲੇਕਿਨ ਪੋਲੀਟੀਕਲ ਲੋਕਾਂ ਨੂੰ ਪੁਰਾਣੇ ਜ਼ਮਾਨੇ 'ਚ ਜਦੋਂ ਕੋਈ ਖਾਦੀ 'ਚ ਸ਼ਖਸੀਅਤ ਆਉਂਦੀ ਸੀ ਤੇ ਲੋਕਾਂ ਦਾ ਇੱਕ ਝੁਕਾਵ ਔਰ ਇੱਕ ਅਦਾਬ ਭਰੋਸਾ ਬਣ ਜਾਂਦਾ ਸੀ। ਹੁੰਦਾ ਸੀ। ਹੂੰ ਮੈਂ ਆਪਣੇ ਘਰ 'ਚ ਇੰਨੀ ਕਲੀਨ ਪੋਲਿਟਿਕਸ ਦੇਖੀ ਹੈ ਹੂੰ ਕਿ ਮੈਨੂੰ ਉਹਦਾ ਜਿਹੜਾ ਦੂਸਰਾ ਪੱਖ ਹੈ ਉਹਦੇ 'ਚ ਉਹ ਤੋਂ ਪਰੇ ਰਹਿਣਾ ਆਪਣੇ ਆਪ ਹੀ ਆ ਗਿਆ ਜੀ ਕਿ ਮੈਂ ਮੇਰੇ ਘਰ 'ਚ ਗੰਦਲੀ ਨਹੀਂ ਹੋਈ ਹੂੰ ਤੇ ਮੈਂ ਕਿਸ ਤਰ੍ਹਾਂ ਹੋਣ ਦਵਾਂਗੀ, ਹੂੰ ਕਿਉਂਕਿ ਮੈਂ ਸਮਰਪਿਤ ਕੀਤੀ ਆਪਣੀ ਜ਼ਿੰਦਗੀ ਐਜੂਕੇਸ਼ਨ ਨੂੰ। ਜੀ ਮੇਰਾ ਅੱਜ ਵੀ ਫੋਰਟ ਉਹੀ ਹੈ ਹੂੰ ਕਿ ਆਈ ਹੈਵ ਟੂ ਡੂ ਸਮਥਿੰਗ ਹੂੰ। ਕਿ ਉਹਦੇ ਨਾਲ ਸਭ ਪੜ ਜਾਣ। ਜੀ ਬਾਪੂ ਜੀ ਕਹਿੰਦੇ ਸੀ ਕਿ ਕਿਸੇ ਦਾ ਭਲਾ ਕਰਨਾ ਹੈ। ਮਾਸਟਰ ਗੁਰਬੰਤਾ ਸਿੰਘ ਜੀ ਹੂੰ ਅੱਜ ਵੀ ਮਾਸਟਰ ਜੀ ਦੇ ਨਾਮ ਨਾਲ ਜਾਣੇ ਜਾਂਦੇ ਹੈ। ਹੂੰ ਯਾਨੀ ਕਹਿਣ ਦਾ ਮਤਲਬ ਹੈ ਕਿ ਉਹ ਚਾਹੁੰਦੇ ਸੀ ਕਿ ਹਰ ਚੀਜ਼ ਦੀ ਜਿਹੜੀ ਇੱਕ ਬੁਨਿਆਦ ਹੈ ਉਹ ਸਿੱਖਿਆ ਤੋਂ ਹੋਣੀ ਬਿਲਕੁਲ ਚਾਹੀਦੀ ਹੈ। ਹੂੰ ਔਰ ਸਿੱਖਿਆ ਦੇ ਲਈ ਉਹਨਾਂ ਨੇ ਬੇਹੱਦ ਕੰਮ ਕੀਤਾ ਹੂੰ ਕਿ ਅੱਜ
ਉਹਨਾਂ ਦੇ 80 ਚ ਜਾਣ 80 ਚ ਉਹ ਦੁਨੀਆ ਤੋਂ ਸਾਡੇ ਕੋਲ ਚਲੇ ਗਏ, ਲੇਕਿਨ ਅੱਜ ਵੀ ਉਹਨਾਂ ਨੂੰ ਸਭ ਮਾਸਟਰ ਜੀ ਕਹਿ ਕੇ ਕਹਿੰਦੇ ਨੇ। ਜੀ ਔਰ ਜਦੋਂ ਮੈਂ ਆਈ ਸੀ ਤਾਂ ਸਾਰੇ ਚਾਚਾ ਜੀ ਕਹਿੰਦੇ ਸੀ। ਤੇ ਮੈਂ ਮਹਿਸੂਸ ਕਰਦੀ ਹਾਂ ਕਿ ਉਹ ਸੁੰਦਰ ਸਮਾਂ ਜੇ ਅਸੀਂ ਚਾਹੀਏ ਤੇ ਮੁੜ ਕੇ ਆ ਸਕਦਾ ਹੈ। ਜੀ ਔਰ ਉਹ ਜਿਹੜੀ ਸਿਆਸਤ ਦਾ ਜਿਹੜਾ ਇੱਕ ਮਿਆਰ ਹੈ, ਉਹ ਮੈਨੂੰ ਪੂਰਾ ਵਿਸ਼ਵਾਸ ਹੈ ਕਿ ਜਿਸ ਤਰ੍ਹਾਂ ਅਸੀਂ ਕੋਸ਼ਿਸ਼ ਕਰ ਰਹੇ ਹਾਂ ਆਪਣੇ ਪਰਿਵਾਰ 'ਚ ਜੀ। ਔਰ ਸਾਡੀ ਪਾਰਟੀ 'ਚ, ਤਾਂ ਇੱਕ ਦਿਨ ਉਹ ਅੱਛੇ ਦਿਨ, ਉਸ ਤਰ੍ਹਾਂ ਦੇ ਅੱਛੇ ਦਿਨ ਜ਼ਰੂਰ ਆਣਗੇ। ਬਿਲਕੁਲ ਮੈਮ, ਕਿਉਂਕਿ ਸਮਾਂ ਤੁਹਾਡੇ ਕੋਲ ਵੀ ਸੀਮਤ ਆ, ਤੁਸੀਂ ਅੱਗੇ ਆਪਣੇ ਪ੍ਰੋਗਰਾਮਾਂ ਦੇ ਵਿੱਚ ਜੀ ਜਾਣਾ ਤੇ ਇੰਨਾ ਸਮਾਂ ਬੋਲਣਾ, ਇੰਨਾ ਸਮਾਂ ਲੋਕਾਂ ਨੂੰ ਦੇਣਾ ਆਪਣੇ ਆਪ ਦੇ ਵਿੱਚ ਇੱਕ ਜੀ। ਚੁਣੌਤੀ ਰਹਿੰਦੀ ਹੈ। ਜੀ ਪਰ ਇੱਕ ਬੜੀ ਅਹਿਮ ਚੀਜ਼ ਹੈ, ਜਦੋਂ ਅਸੀਂ ਪੋਲਿਟਿਕਸ ਦੀ ਗੱਲ ਕਰਦੇ ਹਾਂ ਤਾਂ ਵਿਰੋਧੀ ਹਮੇਸ਼ਾ ਇਲਜ਼ਾਮ ਲਾਉਂਦੇ ਨੇ ਕਿ ਜਲੰਧਰ ਦੇ ਵਿੱਚ ਕੰਮ ਨਹੀਂ ਹੋਏ, ਜਲੰਧਰ ਅੱਜ ਵੀ ਡਿਵੈਲਪਮੈਂਟ ਭਾਲਦਾ ਹੈਗਾ, ਸਮਾਰਟ ਸਿਟੀ ਹੋਣ ਦੇ ਵਿੱਚ ਉਹ ਜਿਹੜੀ ਲਿਸਟ ਹੁੰਦੀ ਉਹਦੇ ਵਿੱਚ ਨਾਮ ਆਉਣ ਤੋਂ ਬਾਅਦ ਵੀ ਹੱਲੇ ਵੀ ਸੜਕਾਂ ਦੇ ਬੁਰੇ ਹਾਲ ਨੇ, ਜਾਂ ਐਮਪੀਜ਼ ਨੇ ਉਸ ਤਰੀਕੇ ਦੇ ਕੰਮ ਨਹੀਂ ਕੀਤੇ। ਜਦੋਂ ਇਦਾਂ ਦੀਆਂ ਚੀਜ਼ਾਂ ਉੱਠਦੀਆਂ ਨੇ, ਇਦਾਂ ਦੇ ਸਵਾਲ ਉੱਠਦੇ ਨੇ, ਫਿਰ ਇਹਨਾਂ ਨੂੰ ਤੁਹਾਡਾ ਪਰਿਵਾਰ ਕਿਸ ਤਰੀਕੇ ਨਾਲ ਐਨਾਲਿਸਿਸ ਕਰਦਾ ਹੈਗਾ? ਦੇਖੋ ਹਰਦੀਪ ਜੀ, ਹਰ ਇੱਕ ਦੇ ਆਦਮੀ ਦੇ 100% ਕੰਮ ਨਹੀਂ ਹੋ ਜਾਂਦੇ ਹੁੰਦੇ, ਜੀ ਜੀ ਲੇਕਿਨ ਜਨਤਾ ਦੇਖ ਰਹੀ ਹੁੰਦੀ ਹੈ ਕਿ ਉਹਨੇ ਆਪਣੀ ਐਫਰਟ ਕਿੰਨੇ ਕੀਤੇ ਹੈ। ਇਹ ਕਹਿਣਾ ਬਿਲਕੁਲ ਗਲਤ ਹੋਏਗਾ ਕਿ ਐਮਪੀ ਹੋਣ ਦੇ ਦੌਰਾਨ ਕੰਮ ਨਹੀਂ ਹੋਏ। ਜੀ ਕਈ ਕੰਮ ਬੜੇ ਵੱਡੇ ਪ੍ਰੋਜੈਕਟ ਹੁੰਦੇ ਨੇ ਜਿਨ੍ਹਾਂ ਦੇ ਵਿੱਚ ਮੈਂ ਦੇਖਦੀ ਰਹਿੰਦੀ ਸੀ ਕਿ ਸੈਂਟਰ ਔਰ ਸਟੇਟ ਦੀ ਜਿਹੜੀ ਭਾਗੀਦਾਰੀ ਹੈ, ਜੀ। ਉਹ ਇੱਕ ਕਈ ਵਾਰੀ ਬਹੁਤ ਬੜਾ ਸਟੰਬਲਿੰਗ ਬਲੌਕ ਆ ਜਾਂਦਾ। ਹੂੰ ਸਟੰਬਲਿੰਗ ਬਲੌਕ ਤੋਂ ਮੇਰਾ ਭਾਵ ਹੈ ਕਿ ਫਾਈਨੈਂਸਿਸ ਜਿੱਥੇ ਇਨਵੋਲਵ ਹੁੰਦੇ ਨੇ, ਜੀ ਉੱਥੇ ਕਈ ਵਾਰੀ 60-40 ਦੀ ਰੇਸ਼ੋ ਹੁੰਦੀ ਹੈ ਜੀ ਕਿ ਜੇ ਸੈਂਟਰ ਨੇ 60% 40 ਪੈਸੇ ਲਾਉਣੇ ਪੰਜਾਬ ਹੈ ਨੇ। ਤਾਂ 40% ਲਾਉਣ ਵਾਲੀ ਜਾਂ ਸਰਕਾਰ ਤੁਹਾਡੇ ਕੋਲ ਉਹਦੇ ਕੋਲ ਪੈਸੇ ਨਹੀਂ। ਮੈਂ ਇਹ ਵੀ ਕਹਾਂਗੀ ਕਿ ਲੰਬਾ ਸੰਤਾਪ ਭੋਗਿਆ ਪੰਜਾਬ ਨੇ, ਔਰ ਇਹ ਵਸਦਾ ਵਸਦਾ ਪੰਜਾਬ ਜਿਹੜਾ ਹੈਗਾ ਅਮੀਰ ਪੰਜਾਬ, ਅਮੀਰ ਜੀ। ਵਿਰਸੇ ਵਾਲਾ ਪੰਜਾਬ, ਉਹ ਕੁਝ ਹੱਦ ਤੱਕ ਇਹਨਾਂ ਪੱਖੋਂ ਸਫਰ ਵੀ ਕੀਤਾ ਜੀ। ਪੰਜਾਬ ਨੇ। ਲੇਕਿਨ ਕੁਝ ਐਸੇ ਮਸਲੇ ਨੇ ਜਿਨ੍ਹਾਂ ਦੇ ਵਿੱਚ ਸੈਂਟਰ ਨੂੰ ਵੀ ਬਿਲਕੁਲ ਇਨਵੋਲਵ ਹੋਣਾ ਚਾਹੀਦਾ ਕਿ ਇਹ ਜਿਹੜੇ ਪ੍ਰੋਜੈਕਟਸ ਇਹ ਸੈਂਟਰ ਤੋਂ ਬਿਨਾ ਨਹੀਂ ਹੋ ਸਕਦੇ, ਤਾਂ ਉਹ ਸਟੇਟ ਨੂੰ ਥੋੜਾ ਜਿਹਾ, ਪੰਜਾਬ ਵਰਗੇ ਸਟੇਟ ਨੂੰ, ਪੰਜਾਬ ਵਰਗੇ ਬਾਰਡਰ ਸਟੇਟ ਨੂੰ ਥੋੜਾ ਜਿਹਾ ਹੋਰ ਰਿਆਇਤ ਦੇ। ਤੇ ਅੱਜ ਮੈਂ ਦੇਖਦੀ ਹਾਂ ਜਿੱਦਾਂ ਸਾਡਾ 에ਅਰਪੋਰਟ ਸੀਗਾ ਜੀ, ਸਾਡੇ ਇੱਥੇ ਇੰਡਸਟਰੀ ਕਿੰਨੀ ਹੈ, ਸਪੋਰਟਸ ਇੰਡਸਟਰੀ ਹੈ ਜੀ, ਸਾਡੀ ਹੈਂਡ ਟੂਲ ਇੰਡਸਟਰੀ ਹੈ। ਇਸ ਤੋਂ ਇਲਾਵਾ ਗੁਰਧਾਮ ਕਿੰਨੇ ਨੇ, ਸਪੋਰਟਸ ਦੀ ਇੰਡਸਟਰੀ ਜਲੰਧਰ ਦੇ ਵਿੱਚ ਹੈਗੀ ਹੈ, ਐਜੂਕੇਸ਼ਨ ਜਿਹੜੀ ਖਾਸ ਤੌਰ ਤੇ ਗੁਰਧਾਮ ਨੇ, ਜਿੱਦਾਂ ਯਾਤਰਾ ਤੇ ਜਾਂਦੇ ਨੇ ਪੈਲਗ੍ਰਿਮਸ, ਵੈਸ਼ਨੋ ਦੇਵੀ ਮਾਤਾ ਦੇ ਜਾਂਦੇ ਨੇ, ਤਾਂ ਇਹ ਸਾਰਿਆਂ ਵਾਸਤੇ ਇੱਕ ਰੂਪ ਚ ਆਪਾਂ ਕਹੀਏ ਤਾਂ ਜਿਹੜਾ ਕਮਿਊਨੀਕੇਸ਼ਨ ਕਨੈਕਟੀਵਿਟੀ ਜਿਹੜੀ ਹੁੰਦੀ, ਕਨੈਕਟੀਵਿਟੀ ਹੋਣੀ ਬੜੀ ਜ਼ਰੂਰੀ। ਤੇ ਚੌਧਰੀ ਸਾਹਿਬ ਨੇ ਬਹੁਤ ਮਿਹਨਤ ਕੀਤੀ ਕਿ ਉਹ 에ਅਰਪੋਰਟ ਨੂੰ ਡਿਵੈਲਪ ਕਰਨ, ਔਰ 에ਅਰਪੋਰਟ ਨੂੰ ਡਿਵੈਲਪ ਕੀਤਾ ਗਿਆ। ਉਹ ਤੋਂ ਬਹੁਤ ਅੱਛੀਆਂ ਜੈਮ ਪੈਕਡ ਜਾਂਦੀਆਂ ਫਲਾਈਟਸ ਵੀ ਹੋਈਆਂ, ਕੁਝ ਕਾਰਨਾਂ ਕਰਕੇ ਉਹ ਡਿਲੇ ਹੋਈਆਂ ਨੇ, ਕੋਵਿਡ ਤੋਂ ਬਾਅਦ ਥੋੜਾ ਜਿਹਾ ਪ੍ਰੋਬਲਮਸ ਆਈਆਂ, ਲੇਕਿਨ ਹੁਣ ਸੁਣਨ ਚ ਕਿ ਉਹ ਜਲਦੀ ਸ਼ੁਰੂ ਹੋਣਗੀਆਂ। ਉਹਦਾ ਇੱਕ ਇੰਟਰਨੈਸ਼ਨਲ ਰਿਕੁਆਇਰਮੈਂਟਸ ਨੂੰ ਪੂਰਾ ਕਰਨ ਦੇ ਲਈ ਇੱਕ ਐਕਸਟੈਂਸ਼ਨ ਟਰਮੀਨਲ ਵੀ ਬਣਿਆ, ਜਿਹਦੇ ਲਈ ਚੌਧਰੀ ਸਾਹਿਬ ਨੇ ਬਹੁਤ ਮਿਹਨਤ ਕੀਤੀ ਹੈ ਨਾ ਜੀ। ਫਿਰ ਸਮਾਰਟ ਸਿਟੀ ਦੀ ਤੁਸੀਂ ਗੱਲ ਕੀਤੀ, ਸਮਾਰਟ ਸਿਟੀ ਦੇ ਅੰਡਰ ਕਿਤਨੀਆਂ ਸੜਕਾਂ ਔਰ ਕਿਤਨੀਆਂ ਜਿਹੜੀਆਂ ਇਨਫਰਾਸਟ੍ਰਕਚਰ ਹੈ ਉਹ ਦਾ ਜੀ ਮੈਂ ਦੇਖਦੀ ਸੀ ਬਰਾਬਰ। ਚੌਧਰੀ ਸਾਹਿਬ ਉਹਦਿਆਂ ਦੀ ਮੀਟਿੰਗਸ ਲੈਂਦੀ ਸੀ, ਕਿਉਂਕਿ ਮੈਨੂੰ ਪਤਾ ਹੁੰਦਾ ਸੀ ਅੱਜ ਇੱਥੇ ਜਾਣਾ ਹੈ, ਇੱਥੇ ਜਾਣਾ ਹੈ, ਔਰ ਜਦੋਂ ਉਹ ਫੋਲੋ ਅਪ ਹੁੰਦਾ ਸੀ ਤਾਂ ਮੈਂ ਵੀ ਉਹਨੂੰ ਫੋਲੋ ਕਰਦੀ ਸੀ ਕਿ ਅੱਜ ਕੀ ਹੋਇਆ, ਕਿਉਂਕਿ ਮੈਂ ਇੱਕ ਸਿਟੀਜ਼ਨ ਵੀ ਹਾਂ ਜਲੰਧਰ ਦੀ, ਤੇ ਆਈ ਕੀਪ ਹੀਅਰਿੰਗ ਕਿ ਲੋਕਾਂ ਨੂੰ ਕੀ ਲੋੜ ਹੈ, ਲੋਕ ਕਿਸ ਗੱਲ ਤੇ ਗੁੱਸੇ ਨੇ, ਜਾਂ ਉਹਨਾਂ ਨੂੰ ਇਹ ਜ਼ਰੂਰਤ ਪਹਿਲ ਦੇ ਆਧਾਰ ਤੇ ਹੋਣੀ ਚਾਹੀਦੀ ਹੈ। ਸੋ ਮੈਂ ਇਹ ਵੇਖਿਆ ਕਿ ਜਿਹੜੀਆਂ ਸੜਕਾਂ ਨੇ ਉਹ ਹੁਣ ਕਈਆਂ ਦੇ ਵਿੱਚ ਕਿਤੇ PWD ਔਰ ਸਮਾਰਟ ਸਿਟੀ ਦੀ ਕੋਈ ਫੰਡਿੰਗ ਦੀ ਪ੍ਰੋਬਲਮ ਆ ਗਈ, ਜਾਂ ਕਿਸੇ ਤਰੀਕੇ ਨਾਲ ਕੋਈ ਮੌਸਮ ਦੀ ਪ੍ਰੋਬਲਮ ਆ ਗਈ, ਤਾਂ ਉਹ ਕਈ ਰੋਡਸ ਜਿਹੜੀਆਂ ਨੇ ਬੜੀ ਲੰਬੇ ਪੈਂਡਿੰਗ ਹੋ ਜਾਂਦੀਆਂ, ਪੈਂਡਿੰਗ ਹੁੰਦੀਆਂ। ਲੇਕਿਨ ਜਿਹੜੀ ਕਮਿਊਟ ਕਰਨ ਦੇ ਲਈ ਨਾਰਮਲ ਬੰਦਿਆਂ ਨੂੰ ਪ੍ਰੋਬਲਮ ਹੁੰਦੀ ਹੈ, ਉਹਨੂੰ ਮੱਦੇ ਨਜ਼ਰ ਰੱਖ ਕੇ ਕਈ ਵਾਰੀ ਮੈਂ ਸਮਝਦੀ ਹਾਂ ਕਿ ਕੁਝ ਹੱਦ ਤੱਕ ਚੀਜ਼ਾਂ ਨੂੰ ਰਿਲੈਕਸ ਕਰਕੇ ਸਪੀਡ ਅਪ ਵੀ ਕਰਨਾ ਚਾਹੀਦਾ। ਵੈਸੇ ਮੈਡਮ ਕਾਂਗਰਸ ਦੀ ਜਿਹੜੀ ਇਸ ਵੇਲੇ ਸਿਚੁਏਸ਼ਨ ਹੈਗੀ ਹੈ, ਤੁਸੀਂ 18 ਸੀਟਾਂ ਕਿਉਂਕਿ ਵਿਧਾਨ ਸਭਾ ਹਲਕੇ, ਤਾਂ ਇਹ ਸਭ ਤੋਂ ਵੱਡੀ ਚੀਜ਼ ਇਹ ਹੈ ਕਿ ਇਸ ਲੋਕ ਸਭਾ ਸੀਟ ਦੇ ਵਿੱਚ ਕਿ 5 ਸੀਟਾਂ ਆਲਰੇਡੀ ਕਾਂਗਰਸ ਦੇ ਹੱਥ ਨੇ ਤੇ 4 ਆਮ ਆਦਮੀ ਪਾਰਟੀ ਦੇ ਹੱਥ ਨੇ, ਤਾਂ ਉਸ ਤਰੀਕੇ ਨਾਲ ਇੱਕ ਪੋਜ਼ਿਟਿਵ ਐਸਪੈਕਟ ਦੇ ਨਾਲ ਤੁਸੀਂ ਇੱਕ ਚੰਗੀ ਫਾਈਟ ਦੇ ਸਕਦੇ ਆ। ਪਰ ਨਾਲ ਦੇ ਨਾਲ ਇਹ ਵੀ ਚੀਜ਼ ਹੈ ਕਿ ਕਾਂਗਰਸ ਦੀ ਇਨ ਫਾਈਟ ਇੱਕ ਵੱਡਾ ਸਵਾਲ ਰਹੀ ਆ
ਕਿ ਉਹ ਇਨਫਾਈਟ ਦੂਰ ਹੋ ਗਈ? ਤੁਸੀਂ ਹੁਣ ਕਿਉਂਕਿ ਹੁਣ ਤਾਂ ਨੇੜਿਓਂ ਦੇਖ ਰਹੇ ਹੋ, ਤਾਂ ਇਨਫਾਈਟ ਨੂੰ ਲੈ ਕੇ ਹਮੇਸ਼ਾ ਕਾਂਗਰਸ ਪਿੱਛੇ ਕਈ ਕਹਿੰਦੇ ਕਿ ਕਾਂਗਰਸ ਦੇ ਵਿੱਚ ਜੇ ਹਾਰ ਹੁੰਦੀ ਹੈ ਤਾਂ ਉਹ ਆਪਣਿਆਂ ਕਰਕੇ ਹੁੰਦੀ ਹੈ, ਵਿਰੋਧੀਆਂ ਨੂੰ ਇੰਨਾ ਪਾਵਰ ਨਹੀਂ ਹੁੰਦੀ ਕਿ ਉਹ ਹਰਾ ਸਕਣ। ਦੇਖੋ ਜਲੰਧਰ ਪੂਰਾ ਸਾਡੇ ਲਈ ਆਪਣਾ ਹੈ, ਹੂੰ ਮੈਂ ਤਾਂ ਉਹਦੇ 'ਚ ਕੋਈ ਕਾਂਗਰਸ ਤੋਂ ਇਲਾਵਾ ਦੇਖਦੀ ਹੀ ਨਹੀਂ, ਜੀ ਮੈਨੂੰ ਨਿਕਦਾ ਹੀ ਨਹੀਂ ਹੈ। ਹੂੰ ਤੇ ਮੇਰੀ ਤਾਂ ਜਿੱਦੇ ਨੋਮੀਨੇਸ਼ਨ ਸੀ ਤੁਸੀਂ ਵੇਖਿਆ ਹੋਣਾ ਹੈ ਬਿਲਕੁਲ ਕਿ ਕੋਈ ਵੀ ਐਸਾ ਲੀਡਰ ਨਹੀਂ ਹੈ ਜਿਨ੍ਹਾਂ ਨੂੰ ਇਹ ਕਾਗਜ਼ਾਂ 'ਚ ਜਾਂ ਆਪਣੇ ਬਿਆਨਾਂ 'ਚ ਕਹਿੰਦੇ ਨੇ ਕਿ ਇਹ ਵੰਡੀ ਹੋਈ ਹੈ। ਹੂੰ ਸਾਡੀ ਕਾਂਗਰਸ ਬਿਲਕੁਲ ਵੰਡੀ ਨਹੀਂ ਹੋਈ, ਜਿੱਥੇ ਲੋੜ ਪੈਂਦੀ ਹੈ ਅਸੀਂ ਸਾਰੇ ਬਿਲਕੁਲ ਇਕੱਠੇ ਹਾਂ। ਹੂੰ ਔਰ ਤੁਸੀਂ ਵੇਖ ਰਹੇ ਹੋ ਕਿ ਕਿਸ ਤਰ੍ਹਾਂ ਮੁਹਿੰਮ ਚੱਲੀ ਹੋਈ ਹੈ, ਜੀ ਔਰ ਅਸੀਂ ਤਹੀਆ ਹੈ ਸਾਡਾ ਕਿ ਸਾਡੀ ਜਿਹੜੀ ਕਾਂਗਰਸ ਦੀ ਵਿਚਾਰਧਾਰਾ ਹੈ ਹੂੰ ਇਹ ਅੱਜ ਦੇਸ਼ ਦੀ ਲੋੜ ਬਣ ਚੁੱਕੀ ਹੈ। ਹੂੰ ਜਿਹੜੀ ਆਪਸੀ ਨਾਮ ਬਰਾਬਰੀ ਹੈ, ਜੀ ਇਹਨੇ ਸਦੀਆਂ ਤੋਂ ਸਾਨੂੰ ਪਰੇ ਰੱਖਿਆ। ਹੂੰ। ਸਾਨੂੰ ਸਦੀਆਂ ਤੋਂ ਸਾਡੇ ਲਈ ਇਹ ਪਰੇਸ਼ਾਨੀ ਦੇ ਸਬਬ ਬਣਦੇ ਰਹੇ। ਹੂੰ ਅੱਜ ਸਿਰਫ ਕੁਝ ਬਰਾਦਰੀਆਂ ਜਾਂ ਕੁਝ ਸਮਾਜ ਦੇ ਹਿੱਸੇ ਲਈ ਗੱਲ ਨਹੀਂ ਮੈਂ ਕਰ ਰਹੀ, ਜੀ ਮੈਂ ਸਮੁੱਚੇ ਲੋਕਾਂ ਦੀ, ਸਮੁੱਚੇ ਸਮਾਜ ਦੀ ਗੱਲ ਕਰ ਰਹੀ ਹਾਂ ਹੂੰ ਕਿ ਭਾਰਤ ਜੋੜੋ ਯਾਤਰਾ ਕੀ ਸੀ। ਹੂੰ ਭਾਰਤ ਜੋੜੋ ਯਾਤਰਾ 'ਚ ਵੀ ਕੀ ਸੀਗਾ, ਕੋਈ ਜੀ। ਵੋਟਾਂ ਥੋੜੀ ਮੰਗ ਰਹੀ ਪਰ ਸੀ। ਉਸ ਤੋਂ ਬਾਅਦ ਰਾਹੁਲ ਰਾਹੁਲ ਜੀ ਗਾਂਧੀ ਜਾਂ ਤੇ ਐਕਸ਼ਨ ਹੋ ਵਿਕਰਮ ਗਿਆ। ਹੂੰ ਰਾਹੁਲ ਜੀ ਜਦੋਂ ਸਾਡੇ ਹਲਕੇ 'ਚ ਆਏ ਨੇ, ਜੀ। ਫਲੋਰ ਸਾਡਾ ਮੇਰੇ ਬੇਟੇ ਵਿਕਰਮਜੀਤ ਸਿੰਘ ਚੌਧਰੀ ਉਥੋਂ ਐਮਐਲਏ ਨੇ, ਉਹਨਾਂ ਦਾ ਹਲਕਾ ਸੀ ਔਰ ਜਲੰਧਰ ਸ਼ੁਰੂ ਹੋ ਜਾਂਦਾ ਸੀ ਹੂੰ ਗੇਟਵੇ ਆਫ ਦੁਆਬਾ, ਜੀ ਤੇ ਸਾਡਾ ਤਾਂ ਇੱਕ ਡਬਲ ਇੱਕ ਰਿਸਪੌਂਸਿਬਿਲਿਟੀ ਬਣ ਗਈ ਸੀ ਕਿ ਉਹ ਕਾਮਯਾਬ ਹੋਵੇ। ਜੀ ਔਰ ਉਸ ਮਾਗੀ ਵਾਲੇ ਦਿਨ ਤੇ ਕਦੇ ਸੋਚਿਆ ਨਹੀਂ ਸੀਗਾ, ਹੂੰ ਅਸੀਂ ਤਾਂ ਉੱਥੇ ਵਿਆਹ ਵਰਗਾ ਮਾਹੌਲ ਕੀਤਾ ਸੀ। ਹੂੰ। ਲੋਕਾਂ ਨੂੰ ਲਾਮਬੰਦ ਕਰਨਾ, ਦੇਸ਼ ਭਗਤੀ ਦੇ ਗਾਣੇ ਦੱਸੇ, ਹੂੰ। ਫੁੱਲਾਂ ਦੀ ਵਰਖਾ ਹੋ ਰਹੀ ਹੈ ਜੀ ਔਰ ਸਰਵ ਧਰਮ ਦੇ ਲੋਕ ਇੱਕ ਸਟੇਜ ਤੇ ਇਕੱਠੇ ਹੋ ਕੇ ਹੂੰ। ਇਹ ਸੰਦੇਸ਼ ਦੇ ਰਹੇ ਇੱਕ ਨਾਰਮਲ ਬੰਦੇ ਨੂੰ ਹੂੰ। ਕਿ ਅਸੀਂ ਕਈ ਵੰਡੇ ਨਹੀਂ ਹੋਏ। ਹੂੰ ਉਹ ਵੋਟਾਂ ਨਹੀਂ ਮੰਗ ਰਹੇ ਪਰ ਸੀ। ਦੇਸ਼ ਦੇ ਵਿੱਚ ਇੱਕ ਤਾਕਤ ਚੱਲ ਰਹੀ ਹੈ ਇਸ ਵੇਲੇ ਜਿਹੜੀ ਵੰਡਣ ਦੀ ਕੋਸ਼ਿਸ਼ ਕਰ ਰਹੀ ਹੈ ਇਸ ਵੇਲੇ ਕੋਈ ਧਰਮਾਂ ਦੇ ਸ਼ੱਕ ਨਾਂ ਹੈ? ਤੇ। ਕੋਈ ਸ਼ੱਕ ਹੈ? ਹੂੰ ਕੋਈ ਸ਼ੱਕ ਹੈ ਤੁਹਾਨੂੰ? ਔਰ ਸਾਡੇ ਦੇਸ਼ ਨੂੰ ਵੰਡਣ ਨੂੰ, ਸਾਡੀ ਤਾਂ ਸਮਾਜ ਅੱਗੇ ਇੰਨਾ ਵੰਡਿਆ ਹੋਇਆ ਜੀ ਔਰ ਅਨਪੜ੍ਹਤਾ ਦੇ ਕਾਰਨ ਉਹ ਫਰਦਰ ਹੋਰ ਗੋਤਾਂ ਤੱਕ ਤੇ ਵੀ ਵੰਡ ਹੋ ਜਾਂਦਾ ਹੈ, ਹੂੰ ਹੂੰ ਜਾਤੀਆਂ 'ਚ ਵੰਡ ਹੋ ਰਿਹਾ ਹੈ। ਜੀ ਤੇ ਸਾਡਾ ਅਸੀਂ ਆਪਣੇ ਦੇਸ਼ ਦੇ ਜੇ ਵਿਸ਼ਵ ਨੂੰ ਕੁਟੁੰਬ ਦਾ ਇੱਕ ਦਰਜਾ ਦੇਣਾ ਚਾਹੁੰਦੇ ਹਾਂ ਹੂੰ। ਤਾਂ ਉਹ ਕਿਸ ਤਰ੍ਹਾਂ ਪੋਸੀਬਲ ਹੋਏਗਾ? ਹੂੰ ਮੇਰੇ ਹਿਸਾਬ ਦੇ ਨਾਲ ਹੂੰ ਏਜੰਡਾ ਹਰ ਵਕਤ ਪੋਜ਼ਿਟਿਵ ਹੋਏਗਾ ਨਾ ਜੀ ਤਾਂ ਡਿਲੇ ਹੋ ਜਾਏਗਾ, ਰਿਜ਼ਲਟ ਪੋਜ਼ਿਟਿਵ ਮਿਲੇਗਾ। ਹੂੰ ਹਿਸਾਬ ਦੇ ਵਿੱਚ ਨੈਗੇਟਿਵ ਪੋਜ਼ਿਟਿਵ ਹੋ ਜਾਂਦਾ ਹੈ, ਹੂੰ ਲੇਕਿਨ ਏਜੰਡਾ ਜੇ ਨੈਗੇਟਿਵ ਹੋਵੇ, ਹੂੰ ਤੁਹਾਡੀ ਵਿਚਾਰਧਾਰਾ Negative ਨੈਗੇਟਿਵ ਹੋਵੇ, ਉਹ ਨੈਗੇਟਿਵ ਪੋਜ਼ਿਟਿਵ ਕਦੇ ਨਹੀਂ ਹੁੰਦੀ। ਜੀ ਉਸ ਨੈਗੇਟਿਵਿਟੀ ਨੂੰ ਪੋਜ਼ਿਟਿਵ ਕਰਨ ਲਈ ਹੂੰ। ਕਾਂਗਰਸ ਦੇ ਇੱਕ ਸਿਪਾਹੀ ਬਣ ਕੇ ਹੂੰ ਰਾਹੁਲ ਗਾਂਧੀ ਜੀ ਨੇ ਭਾਰਤ ਜੋੜੋ ਯਾਤਰਾ ਸ਼ੁਰੂ ਕੀਤੀ ਸੀ, ਜੀ ਜਿਹਦੇ 'ਚ ਮੈਂ ਸਮਝਦੀ ਹਾਂ ਕਿ ਚੌਧਰੀ ਸਾਹਿਬ ਨੇ ਆਪਣੀ ਕਰਮ ਭੂਮੀ ਦੇ ਉੱਤੇ ਤਿਰੰਗਾ ਹੱਥ 'ਚ ਲੈ ਕੇ ਹੂੰ ਭਾਰਤ ਜੋੜੋ ਦੇ ਨਾਰੇ ਲਾਉਂਦੇ ਹੋਏ ਉਹਨਾਂ ਨੇ ਆਪਣੀ ਪ੍ਰਾਣਾਂ ਦੀ ਆਹੁਤੀ ਦੇਤੀ। ਹੂੰ ਉਹ ਕੋਈ ਬਿਮਾਰ ਨਾ ਸਨ, ਜੀ ਲੇਕਿਨ ਵਾਹਿਗੁਰੂ ਦੀ ਮਰਜ਼ੀ ਸੀ। ਹੂੰ ਔਰ ਮੈਂ ਅੱਜ ਮਹਿਸੂਸ ਕਰਦੀ ਹਾਂ ਕਿ ਮੈਂ ਉਹਨਾਂ ਤੋਂ ਬਾਅਦ ਜੀ ਉਹਨਾਂ ਦੀ ਜਗ੍ਹਾ ਤੇ ਜੇ ਮੈਂ ਅੱਜ ਇਲੈਕਸ਼ਨ ਲੜ ਰਹੀ ਹਾਂ ਹੂੰ ਤਾਂ ਮੈਂ ਆਪਣੀ ਪਾਰਟੀ ਦਾ ਵੀ ਮੈਂ ਧੰਨਵਾਦ ਕਰਨਾ ਚਾਹਾਂਗੀ। ਸਮੁੱਚੀ ਮੇਰੀ ਜਿਹੜੀ ਹਾਈ ਕਮਾਂਡ ਹੈ, ਹੂੰ ਸੋਨੀਆ ਗਾਂਧੀ ਜੀ, ਰਾਹੁਲ ਗਾਂਧੀ ਜੀ, ਖੜਗੇ ਜੀ, ਇਹਨਾਂ ਸਭ ਨੇ ਜਿੱਥੇ ਮੇਰਾ ਦੁੱਖ ਵੰਡਾਇਆ ਹੂੰ ਉੱਥੇ ਉਹਨਾਂ ਨੇ ਮੈਨੂੰ ਇੱਕ ਹਿੰਮਤ ਵੀ ਦਿੱਤੀ ਕਿ ਹੂੰ। ਮੈਂ ਉਸ ਨੂੰ ਅੱਗੇ ਵਧਾਵਾਂ। ਬਿਲਕੁਲ ਜਦੋਂ ਮੈਂ ਇਦਾਂ ਦਾ ਮਾਣ ਮਹਿਸੂਸ ਕਰਦੀ ਹਾਂ ਇਦਾਂ ਦਾ ਇਸ ਦੌਰ ਹੁੰਦਾ ਨਾ, ਬੰਦਾ ਵੈਸੇ ਹੀ ਡਿਪਰੈਸ ਹੋ ਜਾਂਦਾ ਤੇ ਉਸ ਵੇਲੇ ਪਾਰਟੀ ਨਾਲ ਭਰੋਸਾ ਕਰੇ ਦੇਖੋ ਤਾਂ ਉਹਦੇ ਨਾਲ ਡਿਪਰੈਸ਼ਨ ਨੂੰ ਮੈਂ ਹਰਦੀਪ ਮੰਨਦੀ ਹਾਂ, ਜੀ ਤੁਹਾਡੇ ਕੈਮਰੇ ਦੇ ਸਾਹਮਣੇ ਹੈ। ਹੂੰ ਹੂੰ ਡਿਪਰੈਸ਼ਨ ਅੰਦਰ ਚੌਧਰੀ ਸਾਹਿਬ ਦੇ ਵਿਛੋੜੇ ਦਾ ਸਦਾ ਰਹੇਗਾ ਹੂੰ ਹੂੰ ਔਰ ਇਹ ਕਦੇ ਹਟ ਨਹੀਂ ਸਕਦਾ। ਜੀ ਲੇਕਿਨ ਉਹਨਾਂ ਦੇ ਕੰਮਾਂ ਨੂੰ ਸਿਰੇ ਅਗਰ ਚੜਾਉਣਾ ਹੈ, ਹੂੰ ਉਹ ਫਲੇਮ ਨੂੰ ਜਲਦੀ ਰੱਖਣਾ ਹੈ, ਹੂੰ ਆਪਣੇ ਪਰਿਵਾਰ ਦੀ ਪਰੰਪਰਾ ਨੂੰ ਅੱਗੇ ਲੈ ਕੇ ਜਾਣਾ ਹੈ, ਹੂੰ ਤਾਂ ਮੈਨੂੰ ਇਹ ਜਿਹੜੀ ਰੇਅਰ ਸੀਟ ਤੋਂ ਹੂੰ ਫਰੰਟ ਵੀਲ ਤੇ ਆ ਕੇ ਡਰਾਈਵ ਕਰਨਾ ਹੀ ਪੈਣਾ ਮੈਮ, ਕਿਉਂਕਿ ਸਟੇਟ ਦੇ ਵਿੱਚ ਸਰਕਾਰ ਦੂਸਰੀ ਹੈ। ਚੁਣੌਤੀ ਕਿਹਦੇ ਨਾਲ ਮੰਨਦੇ ਹੋ ਇਸ ਵੇਲੇ ਵੀ? ਕਿਉਂਕਿ ਆਮ ਤੌਰ ਤੇ ਅਸੀਂ ਦੇਖਦੇ ਹੁੰਦੇ ਹਾਂ ਨਾ ਕਿ ਚੁਣੌਤੀ ਕਿਹਦੇ ਨਾਲ ਹੈਗੀ। ਪਿਛਲੀ ਵਾਰ ਅਸੀਂ ਗੱਲ ਕਰੀਏ ਤਾਂ ਸਿੱਧੇ ਤੌਰ ਤੇ ਅਕਾਲੀ ਦਲ ਦੇ ਨਾਲ ਮੁਕਾਬਲਾ ਸੀਗਾ ਜਦੋਂ 2019 ਦੇ ਵਿੱਚ ਲੋਕ ਸਭਾ ਸੀਟ ਦੀ ਚੋਣ ਹੁੰਦੀ ਹੈ। ਤਾਂ ਹੁਣ ਉਹ ਜਿਹੜੇ ਉਮੀਦਵਾਰ ਨੇ ਉਹਨਾਂ ਦੇ ਬੇਟੇ ਜਿਹੜੇ ਨੇ ਉਹ ਬੀਜੇਪੀ 'ਚ ਚਲੇ ਗਏ ਨੇ ਤੇ ਫਾਈਟ ਕਿੱਧਰ ਨੂੰ ਦੇਖਦੇ ਹੋ ਤੁਸੀਂ? ਦੇਖੋ ਮੈਨੂੰ ਕਈ ਵਾਰੀ ਇਹ ਸਵਾਲ ਪੁੱਛਿਆ ਗਿਆ ਜੀ। ਹੂੰ ਮੈਂ ਬੜੀ ਸਖਤ ਬਰਖਲਾਫ ਹਾਂ ਹੂੰ ਡਿਸਟਰਸਟ ਦਾ, ਹੂੰ 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 ਕਿਉਂਕਿ ਮੇਰੇ ਹਿਸਾਬ ਦੇ ਨਾਲ ਮਿਸਟੇਕ ਤਾਂ ਮਾਫ ਹੋ ਜਾਂਦੀ ਹੈ, ਜੀ ਲੇਕਿਨ ਕ੍ਰਿਤਘਨਤਾ ਤਾਂ ਗੁਰੂ ਗ੍ਰੰਥ ਸਾਹਿਬ 'ਚ ਵੀ ਮਾਫੀ ਨਹੀਂ ਹੂੰ। ਹੈ। ਤੁਸੀਂ ਕਿਤੋਂ ਇੱਕ ਰੁਤਬੇ ਤੇ ਪਹੁੰਚਦੇ ਹੋ, ਹੂੰ ਤੁਹਾਨੂੰ ਉਹ ਮਾਂ ਵਾਂਗੂ ਉਹ ਪਾਰਟੀ ਪਾਲਦੀ ਹੈ। ਜੀ
ਤੁਸੀਂ ਮਨ 'ਚ ਆਪਣੇ ਇੱਕ ਵਿਚਾਰਧਾਰਾ ਦੇ ਨਾਲ ਜੁੜ ਕੇ ਲੋਕਾਂ ਦੇ ਵਿੱਚ ਜਾਂਦੇ ਹੋ, ਤੁਹਾਨੂੰ ਪਿਆਰ ਸਤਿਕਾਰ ਰੁਤਬੇ ਮਿਲਦੇ ਆ, ਫਿਰ ਤੁਸੀਂ ਇੱਕ ਆਪਣਾ ਨਵਾਂ ਇੱਕ ਚੈਪਟਰ ਸ਼ੁਰੂ ਕਰ ਲੈਂਦੇ ਹੋ ਕਿ ਮੈਂ ਹੁਣ ਇੱਥੋਂ ਦੂਜੇ ਪਾਸੇ ਜ਼ਿਆਦਾ ਫਾਇਦਾ ਕਿੱਦਾਂ ਲੈ ਸਕਦਾ। ਇਹਨੂੰ ਸਵਾਰਥ ਕਿਹਾ ਜਾਂਦਾ ਹੈ ਜੀ। ਔਰ ਦੂਜੇ ਰੂਪਾਂ 'ਚ ਇਹਨੂੰ ਟੂ ਬੀ ਡਿਸਟਰਸਟਫੁਲ, ਮਿਸਟੇਕ ਮਾਫੀ ਕੀਤੀ ਜਾ ਸਕਦੀ ਹੈ, ਟਰਸਟ ਦੁਬਾਰਾ ਹੋਣਾ ਬਹੁਤ ਮੁਸ਼ਕਿਲ। ਸੁਸ਼ੀਲ ਰਿੰਕੂ ਕਾਂਗਰਸ ਛੱਡ ਕੇ ਉੱਧਰ ਚਲੇ ਗਏ, ਆਮ ਆਦਮੀ ਪਾਰਟੀ 'ਚ ਅਟਵਾਲ ਜੀ ਅਕਾਲੀ ਦਲ ਛੱਡ ਕੇ ਬੀਜੇਪੀ 'ਚ ਚਲੇ ਗਏ, ਜਾਣ ਕਿ ਮੰਨਦੇ ਹੋ ਕਿ ਇਹ ਚੀਜ਼ਾਂ ਉਹਨਾਂ ਨੂੰ ਹੀ ਨੁਕਸਾਨ ਕਰਨ ਵਾਲੀਆਂ ਨੇ? ਉਹਨਾਂ ਨੇ ਸਟੈਪ ਚੱਕੇ ਨੇ, ਦੁਨੀਆ ਬੜੀ ਸਿਆਣੀ ਹੈ ਔਰ ਖੁਦ ਵੀ ਸਿਆਣੇ ਹੋਣਗੇ ਤਾਂ ਉਹਨਾਂ ਨੇ ਕੁਝ ਸਟੈਪ ਆਪਣਾ ਫਾਇਦਾ ਸੋਚ ਕੇ ਲਿਆ ਹੋਊਗਾ। ਅਸੀਂ ਆਪਣੇ ਪਰਿਵਾਰ ਦੇ ਵਿੱਚ, ਕਾਂਗਰਸ ਪਰਿਵਾਰ ਦੇ ਵਿੱਚ ਫਾਇਦਾ ਦੇਖ ਕੇ ਸੌਲਤ-ਫਾਲਤੂ ਤਾਂ ਨਹੀਂ ਬੈਠੇ ਜੀ। ਅਸੀਂ ਹਾਰੇ ਵੀ ਹਾਂ ਇੱਥੇ, ਸਾਨੂੰ ਪਿੱਛੇ ਵੀ ਰਹਿਣਾ ਪਿਆ ਤੇ ਸਾਨੂੰ ਜਿੱਤਾਂ ਵੀ ਮਿਲੀਆਂ ਨੇ, ਮਾਣ ਸਤਿਕਾਰ ਵੀ ਮਿਲਿਆ, ਪਰ ਜਿਹੜੀ ਵਿਚਾਰਧਾਰਾ ਹੈ ਜੀ, ਜਿਸ ਤਰ੍ਹਾਂ ਤੁਸੀਂ ਅਟਵਾਲ ਜੀ ਦੀ ਗੱਲ ਕਰਦੇ ਹੋ, ਉਹਨਾਂ ਦੇ ਤਾਂ ਜੋ ਫਾਦਰ ਸਾਹਿਬ ਹੈ ਉਹਨਾਂ ਨੇ ਤਾਂ ਬਹੁਤ ਜ਼ਿਆਦਾ ਰੁਤਬਾ ਪਾਇਆ ਹੈ ਅਕਾਲੀ ਦਲ 'ਚ, ਯਾਨੀ ਅਕਾਲੀ ਦਲ ਦੀ ਵਿਚਾਰਧਾਰਾ ਨਾਲ ਜੁੜੇ ਸੀ ਨਾ ਜੀ। ਤੇ ਜੇ ਤੁਸੀਂ ਇੱਕ ਬੀਜੇਪੀ ਦੇ ਵਿੱਚ ਹੋ ਕੇ ਤੁਸੀਂ ਉਸ ਵਿਚਾਰਧਾਰਾ ਦੇ ਉੱਤੇ ਇੰਨੀ ਹਾਈਟ ਤੇ ਪਹੁੰਚੋ ਕਿ ਕਦੇ ਦੂਸਰੀ ਜਗ੍ਹਾ ਤੁਸੀਂ ਸੋਚ ਵੀ ਨਹੀਂ ਸੀ ਸਕਦੇ, ਤੇ ਉਸ ਨੂੰ ਛੱਡ ਕੇ ਯਕਲਖਤ ਫਿਰ ਤੁਸੀਂ ਉਸ ਪਾਰਟੀ 'ਚ ਬੈਠ ਜਾਣਾ ਜਿਹਦੀ ਹਜੇ ਵਿਚਾਰਧਾਰਾ ਹੀ ਨਹੀਂ ਹੈਗੀ। ਬਿਲਕੁਲ, ਮੈਂ ਇਹ ਠੀਕ ਨਹੀਂ ਸਮਝਦੀ ਔਰ ਮੈਂ ਇਹਦੇ ਬਰਖਲਾਫ ਹਾਂ। ਮੈਮ ਅਖੀਰ ਤੇ ਜਿਸ ਤਰੀਕੇ ਨਾਲ ਬਹੁਤ ਸਾਰੀਆਂ ਚੀਜ਼ਾਂ ਲਗਾਤਾਰਤਾ ਦੇ ਵਿੱਚ ਚੱਲ ਰਹੀਆਂ ਨੇ, ਬਹੁਤ ਸਾਰੀਆਂ ਚੀਜ਼ਾਂ ਤੁਸੀਂ ਵਾਚ ਰਹੇ ਹੋ, ਪਰ ਇਹ ਵੀ ਚੀਜ਼ ਹੁੰਦੀ ਹੈ ਕਿ ਇਹ ਚੋਣ ਜਿਹੜੀ ਹੈ ਇਹ ਸਿਰਫ ਪੰਜਾਬ ਦੀ ਚੋਣ ਨਹੀਂ ਹੈਗੀ। 2023 ਤੋਂ ਬਾਅਦ ਅਸਲ ਲੜਾਈ ਜਿਹੜੀ 2024 ਦੀ ਹੈਗੀ ਕਿ 2024 ਦੇ ਵਿੱਚ ਕਿਹਨੇ ਹੋਣਾ ਹੈਗਾ। ਮੰਨਦੇ ਹੋ ਕਿ ਆਧਾਰ ਹੁਣੀ ਬੰਨਿਆ ਜਾਊਗਾ ਕਾਂਗਰਸ ਦਾ, ਕਿਉਂਕਿ ਕਾਂਗਰਸ ਇੱਕ ਔਖੀ ਘੜੀ ਦੇ ਵਿੱਚ ਲੰਘ ਰਹੀ ਹੈ, ਜਿਸ ਤਰੀਕੇ ਨਾਲ ਇੱਕ ਹਿਸਾਬ ਨਾਲ ਆਪਾਂ ਕਹਿੰਦੇ ਫਾਲ ਬੈਕ ਹੋਇਆ, ਦੁਬਾਰਾ ਰਾਈਜ਼ ਕਰਨ ਦਾ ਮੌਕਾ ਦੁਬਾਰਾ ਕਾਂਗਰਸ ਨੂੰ ਮਿਲਣਾ, ਤਾਂ ਲੱਗਦਾ ਕਿ ਉਹਦੇ ਲਈ ਇਹ ਇੱਕ ਮੀਲਸਟੋਨ ਹੋਊਗਾ ਵੀ ਅਸੀਂ ਇੱਥੋਂ ਸ਼ੁਰੂਆਤ ਕਰ ਰਹੇ ਹਾਂ, ਹੁਣ ਪੂਰੇ ਦੇਸ਼ ਦੇ ਵਿੱਚ ਦੁਬਾਰਾ ਫੈਲਾਂਗੇ। ਰੇਨੀ ਡੇਜ਼ ਕਹਿੰਦੇ ਆਪਾਂ ਕਿ ਕਦੇ ਵੀ ਕਿਸੇ ਪਾਰਟੀ ਤੇ ਆ ਜਾਂਦੇ ਨੇ, ਇਹ ਨਹੀਂ ਗੱਲ ਹੈ। ਜਿਹੜੀ ਅੱਜ ਭਾਰਤ ਨੂੰ ਰੂਲ ਕਰ ਰਹੀ ਹੈ ਉਹ 2 ਸੀਟਾਂ ਤੇ ਵੀ ਸਨ, ਜੀ ਜੀ, ਠੀਕ ਹੈ ਨਾ। ਇੱਕ ਵਕਤ ਆਉਂਦਾ ਹੈ, ਲੇਕਿਨ ਜਿਸ ਤਰ੍ਹਾਂ ਦਾ ਤੁਸੀਂ ਉਤਾਰ ਚੜਾ ਸਿਆਸੀ ਜੀਵਨ 'ਚ ਵੱਖ-ਵੱਖ ਜਿਹੜੇ ਵਿਚਾਰਧਾਰਾ ਦੀਆਂ ਪਾਰਟੀਆਂ ਨੇ ਉਹ ਦੇਸ਼ ਦੇ ਵਿੱਚ, ਦੇਸ਼ ਦੇ ਅੰਦਰ ਹੀ ਤਾਂ ਹਨ, ਦੇਸ਼ ਨੂੰ ਜੋੜਨ, ਦੇਸ਼ ਦੀ ਪ੍ਰਗਤੀ ਦੇ ਲਈ ਉਹ ਕੰਮ ਵੀ ਕਰਦੀਆਂ ਨੇ। ਲੇਕਿਨ ਕਾਂਗਰਸ ਦੀ ਰਿਵਾਈਵਲ ਵਾਲੀ ਗੱਲ ਨਹੀਂ ਹੈ। ਕਾਂਗਰਸ ਤਾਂ ਕਸ਼ਮੀਰ ਤੋਂ ਕੰਨਿਆ ਕੁਮਾਰੀ ਤੱਕ ਹਰ ਕੋਨੇ, ਹਰ ਪਿੰਡ, ਹਰ ਬਸਤੀ, ਹਰ ਗਲੀ 'ਚ ਹੈ। ਇਹ ਇੱਕ ਅਥਾਹ ਸਮੁੰਦਰ ਹੈ ਜੀ। ਹਾਂ, ਮੈਂ ਮੰਨਦੀ ਹਾਂ ਕਿ ਕੁਝ ਕਾਰਨਾਂ ਕਰਕੇ ਕਈ ਵਾਰੀ ਉਹਦੇ ਤੇ ਆਪੱਤੀ ਦਾ ਸਮਾਂ ਆ ਜਾਂਦਾ ਹੈ, ਔਰ ਇਹ ਜਿਹੜੀ ਸਾਡੀ ਹੁਣ ਦੀ ਮੁਹਿੰਮ ਹੈ ਜਾਂ ਜਿਹੜੀ ਤੁਸੀਂ ਇਹ ਜਿਮਨੀ ਚੋਣ ਚਾਹੇ ਸੰਤੋਖ ਸਿੰਘ ਚੌਧਰੀ ਜੀ ਦੇ ਜਾਣ ਤੋਂ ਬਾਅਦ ਇਹ ਆਈ, ਸਾਨੂੰ 23 'ਚ ਵੀ ਇਲੈਕਸ਼ਨ ਪਈ, ਅਸੀਂ 24 ਦੀ ਤਾਂ ਇਲੈਕਸ਼ਨ ਦੇ ਸਾਰੇ ਤਿਆਰੀ ਕਰ ਰਹੇ ਸੀ। ਮੈਂ ਮਹਿਸੂਸ ਕਰਦੀ ਹਾਂ ਕਿ ਇਹ ਜਿਹੜੀ ਇਸ ਜਲੰਧਰ ਜਿਮਨੀ ਚੋਣ ਦਾ ਜਿਹੜਾ ਨਤੀਜਾ ਹੋਏਗਾ, ਇਹ ਬੇਸ਼ੱਕ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇਸ ਨੂੰ ਸਿਰਫ ਪੰਜਾਬ ਜਾਂ ਇੰਡੀਆ ਨਹੀਂ ਦੇਖ ਰਿਹਾ, ਭਾਰਤ ਨਹੀਂ ਦੇਖ ਰਿਹਾ, ਸਾਰੀ ਦੁਨੀਆ ਦੇਖ ਰਹੀ ਹੈ। ਔਰ ਇਹਦਾ ਇੱਕ ਐਸਾ ਨਤੀਜਾ ਆਏਗਾ ਜਿਹੜਾ ਕਿ ਲੋਕਾਂ ਦੇ ਮਨਾਂ ਨੂੰ ਸੋਚਣ ਤੇ ਮਜਬੂਰ ਕਰ ਦੇਗਾ ਕਿ ਕਿਹੜੀ ਵਿਚਾਰਧਾਰਾ ਹੈ ਜਿਹੜੀ ਭਾਰਤ ਦੇਸ਼ ਨੂੰ ਮੁੜ ਕੇ ਉਹਦੇ ਗਲੋਰੀਫਾਈਡ ਡੇਜ਼ ਦੇ ਚ ਲਿਜਾ ਸਕਦੀ ਹੈ, ਗੋਲਡਨ ਪੀਰੀਅਡ ਚ ਲਿਜਾ ਸਕਦੀ ਹੈ। ਕਿਹੜੀ ਪਾਰਟੀ ਹੈ ਜਿਹੜੀ ਗੁਲਾਮੀ ਦੇ ਉਸ ਸਮੇਂ ਚੋਂ ਜਦੋਂ ਤਿਰੰਗਾ ਲੁਕੋ ਕੇ ਜਾਈਦਾ, ਵੰਦੇ ਮਾਤਰਮ ਮੂੰਹ ਤੇ ਹੱਥ ਰੱਖ ਕੇ ਕਹਿਣਾ ਪੈਂਦਾ ਸੀ, ਅੱਜ ਅਸੀਂ ਫੇਰ ਕਿਤੇ ਕੁਰਾਹੇ ਤਾਂ ਨਹੀਂ ਪੈ ਗਏ ਹੈ, ਅਸੀਂ ਕਿਤੇ ਫੇਰ ਵੰਡੇ ਤਾਂ ਨਹੀਂ ਜਾ ਰਹੇ ਹਾਂ, ਕਿਉਂਕਿ ਵੰਡਿਆਂ ਦਾ ਸ਼ੋਸ਼ਣ ਤਾਂ ਬੜੀ ਜਲਦੀ ਹੋ ਜਾਂਦਾ ਹੈ। ਬਿਲਕੁਲ। ਸੋ ਮੈਂ ਮਹਿਸੂਸ ਕਰਦੀ ਹਾਂ ਕਿ ਇਹ ਨਤੀਜਾ ਬੜਾ ਬਿਹਤਰੀਨ ਹੋਣਾ ਚਾਹੀਦਾ ਹੈ, ਔਰ ਲੋਕਾਂ ਨੂੰ ਆਪਣੀ ਸਮਝ ਦੇ ਨਾਲ ਆਪਣੀ ਕੀਮਤੀ ਵੋਟ, ਜੋ ਬਾਬਾ ਸਾਹਿਬ ਅੰਬੇਦਕਰ ਨੇ ਇੱਕ ਐਸਾ ਤੁਹਾਡੇ ਹੱਥ 'ਚ ਹਥਿਆਰ ਦਿੱਤਾ, ਨਿਜ਼ਾਮ ਬਦਲ ਦਿਓ ਜਾਂ ਨਿਜ਼ਾਮ ਬਣਾ ਦਿਓ, ਤੇ ਤੁਸੀਂ ਮੈਂ ਆਪਣੇ ਸਾਰੇ ਵੋਟਰਸ ਨੂੰ ਇਹਦੀ ਅਪੀਲ ਕਰਾਂਗੀ ਕਿ ਉਹ ਸਮਝ ਨਾਲ ਵੋਟ ਪਾਉਣ ਔਰ ਆਪਣਾ ਇੱਕ ਕੀਮਤੀ ਚੀਜ਼ ਜੋ ਵੋਟ ਹੈ ਉਹ ਕਿਸੇ ਸਲੀਕੇ ਦੇ ਨਾਲ ਉਹਦਾ ਇਸਤੇਮਾਲ ਕਰਨ ਔਰ ਵੋਟ ਕਰਨ ਜ਼ਰੂਰ। ਜੀ ਮੈਮ, ਆਖਰੀ 2 ਟਿੱਪਣੀਆਂ ਤੁਹਾਡੇ ਤੋਂ ਲੈਣੀਆਂ। ਰਾਹੁਲ ਗਾਂਧੀ ਤੇ ਜਿਹੜਾ ਐਕਸ਼ਨ ਹੋਇਆ ਉਹਨੂੰ ਤੁਸੀਂ ਕਿਸ ਤਰੀਕੇ ਨਾਲ ਦੇਖਦੇ ਹੋ, ਤੇ ਕੀ ਪੰਜਾਬ ਸਹੀ ਹੱਥਾਂ 'ਚ ਇਸ ਵੇਲੇ? ਮੈਂ ਰਾਹੁਲ ਜੀ ਦੀ ਜੋ ਵੀ ਹੱਦ, ਮੈਂ ਇਹਨੂੰ ਬੜੀ ਮੰਦਭਾਗੀ, ਬੜਾ ਹੀ ਇਮੈਚਿਓਰ ਔਰ ਉਹਨੂੰ ਮੈਂ ਕੀ ਕਹਾਂ ਕਿ ਉਹ ਐਸਾ ਇੱਕ ਕਦਮ ਚੁੱਕਿਆ ਜਿਹਦੇ 'ਚ ਪ੍ਰਤੱਖ ਰੂਪ 'ਚ ਦੱਸ ਦਿੱਤਾ ਗਿਆ ਕਿ ਅਸੀਂ ਇਨਟੋਲਰੈਂਟ ਹੈ।
ਕੋਈ ਬੋਲਿਆ ਹੀ ਤਾਂ ਹੈ। ਹੂੰ ਕਿੰਨਾ ਕੁ ਵੱਡਾ ਜ਼ੁਰਮ ਹੈ। ਘਰ ਵੀ ਲੈ ਲਿਆ ਗਿਆ, ਸਾਰਾ ਕੁਝ ਖਾਲੀ ਹੈ ਕਰਾ ਨਾ ਲਿਆ ਜੀ। ਗਿਆ। ਚਲੋ ਘਰ ਤਾਂ ਲੈਣਾ ਉਹਨਾਂ ਦੇ ਉਹਦੇ ਅੰਡਰ ਆ ਗਿਆ ਵੀ ਚਲੋ ਉਹਨਾਂ Action ਨੇ ਹੋ ਕਹਿਤਾ। ਗਿਆ। ਹਾਲਾਂਕਿ ਹੂੰ, ਹਾਲਾਂਕਿ ਹੂੰ, ਘਰ ਲੈਣਾ ਔਰ ਇਹ ਵੀ ਇੱਕ ਇੱਕ ਫਿਰਾਕ ਦਿਲੀ ਔਰ ਇੱਕੋ ਦੇਸ਼ 'ਚ ਇੱਕੋ ਜਗ੍ਹਾ ਹੋ ਕੇ ਹੂੰ, ਸ਼ੋਭਾ ਨਹੀਂ ਦਿੱਤਾ, ਉਸਨੇ ਐਪਰੀਸੀਏਸ਼ਨ ਨਹੀਂ ਲਈ ਗੱਲ ਨੇ। ਜੀ ਪੀਪਲ ਡਿਡਨਟ ਲਾਈਕ ਇਟ, ਹੂੰ, ਪਰ ਐਨੀਵੇ ਹੀ ਇਜ਼ ਅ ਬੋਲਡ ਮੈਨ। ਹੂੰ, ਉਹਨਾਂ ਨੂੰ ਤਾਂ ਉਹਨਾਂ ਦੇ ਹਾਲਾਤਾਂ ਨੇ ਬਹੁਤ ਜਬੇਦਾਰ ਬੜਾ ਸਖਤ ਬਣਾਇਆ ਹੈ। ਹੂੰ। ਦੁੱਖ ਝੱਲਣ ਦੀ ਆਦਤ ਹੈ ਔਰ ਬੜੀ ਮੈਚਿਓਰਿਟੀ ਨਾਲ ਮੈਨੂੰ ਵੀ ਉਹ ਪਰਿਵਾਰ ਨੇ ਸਾਥ ਬਿਲਕੁਲ, ਬਣਾ ਮੈਨੂੰ ਲੱਗਦਾ ਦਿੱਤੀ। ਆਪਾਂ ਮੰਜ਼ਿਲ ਔਰ- ਤੇ ਵੀ ਪਹੁੰਚ ਗਏ ਹਾਂ, ਤੁਹਾਡੇ ਤੋਂ ਸਮਾਂ ਵੀ ਘੱਟ ਹੈ। ਔਰ ਮੈਂ ਇਹ ਜ਼ਰੂਰ ਕਹਾਂਗੀ ਕਿ ਇਹ ਸਾਰੀ ਜਿਹੜੀ ਕਵਾਇਦ ਹੈ ਹਾਂ। ਉਹ ਚ ਕਲੀਅਰ ਹੁੰਦਾ ਕਿ ਸਾਡੇ ਫੰਡਾਮੈਂਟਲ ਰਾਈਟਸ ਤੇ ਵੀ ਅਟੈਕ ਹੈਗਾ। ਅਟੈਕ ਹੋ ਗਿਆ। ਆਖਰੀ ਜਿਹੜਾ ਭਗਵੰਤ ਕੀ ਪੰਜਾਬ ਸਹੀ ਹੱਥਾਂ 'ਚ ਹੈਗਾ ਇਸ ਵੇਲੇ? ਇਹ ਮੈਂ ਕਹਾਂਗੀ ਕਿ ਜਲੰਧਰ ਨਿਵਾਸੀ 13 ਨੂੰ ਦੱਸ ਦੇਣਗੇ। ਜੀ ਬਹੁਤ ਸ਼ੁਕਰੀਆ ਮੈਡਮ, ਤੁਸੀਂ ਸਮਾਂ ਦਿੱਤਾ, ਬਹੁਤ ਧੰਨਵਾਦ ਤੁਹਾਡਾ। ਸਤਿ ਸ਼੍ਰੀ ਅਕਾਲ। ਸੋ ਇਸ ਨੇ ਕਰਮਜੀਤ ਕੌਰ ਚੌਧਰੀ ਜਿਹੜੇ ਇਸ ਵਕਤ ਚੋਣ ਮੈਦਾਨ ਦੇ ਵਿੱਚ ਨੇ। ਆਪਣੇ ਪਤੀ ਦੇ ਇੱਕ ਦੇਹਾਂਤ ਤੋਂ ਬਾਅਦ ਉਹਨਾਂ ਨੂੰ ਇਸ ਚੋਣ ਮੈਦਾਨ ਦੇ ਵਿੱਚ ਉਤਰਨਾ ਪਿਆ। ਫਿਲਹਾਲ ਚੋਣ ਮੈਦਾਨ ਦੇ ਵਿੱਚ ਡਟ ਕੇ ਖੜੇ ਨੇ। ਫਿਲਹਾਲ ਦੇਖਣਾ ਹੋਵੇਗਾ, ਸਿੱਧੇ ਤੌਰ ਤੇ ਭਰੋਸਾ ਜਤਾ ਰਹੇ ਨੇ ਕਿ ਲੋਕ ਭਰੋਸਾ ਕਰਨਗੇ, ਕਿਉਂਕਿ ਚੌਧਰੀ ਸਾਹਿਬ ਨੇ ਕੰਮ ਕੀਤੇ ਨੇ। ਫਿਲਹਾਲ ਇਹ ਤਰੀਕ ਦੱਸੇਗੀ ਜਦੋਂ ਨਤੀਜੇ ਆਉਣਗੇ। ਤੁਸੀਂ ਇਸ ਬਾਰੇ ਕੀ ਸੋਚਦੇ, ਆਪਣੇ ਕੀਮਤੀ ਜ਼ਰੂਰ ਸਾਂਝੇ ਕਰੋ। ਸਹਿਯੋਗੀ ਪ੍ਰਦੀਪ ਨਾਲ ਹਰਦੀਪ ਸਿੰਘ ਭੋਗਲ, ਨਿਊਜ਼ ਓਨਲੀ, ਜਲੰਧਰ।